ਸਤਿ ਸ਼੍ਰੀ ਅਕਾਲ ਜੀ। ਨਿਸ਼ਾ ਦੀ ਉਮਰ 8 ਸਾਲ ਦੀ ਸੀ ਅਤੇ ਮੱਤ ਨਿਆਣੀ ਹੁੰਦੀ ਸੀ। ਉਹਦੇ ਬਾਪੂ ਦਾ ਉਹਦੇ ਨਾਲ ਪਿਆਰ ਵੱਖਰਾ ਹੀ ਸੀ। ਉਹਨਾਂ ਜਦ ਵੀ ਉਸ ਨੂੰ ਪੁਕਾਰਨਾ ਲਾਡੋ ਰਾਣੀ ਕਹਿ ਕੇ ਪੁਕਾਰਨਾ। ਇੱਕ ਦਿਨ ਉਸ ਦੀ ਮਾਂ ਉਸ ਦੇ ਬਾਪੂ ਨੂੰ ਕਹਿਣ ਲੱਗੀ, ਸੁਣਦੇ ਹੋ, ਧੀ ਵੱਡੀ ਹੋ ਰਹੀ ਹੈ, ਉਸ ਦੀ ਪੜ੍ਹਾਈ ਦਾ ਫਿਕਰ ਕਰੋ। ਬਾਪੂ ਕਹਿੰਦਾ, ਸੁਖਜਿੰਦਰ ਕੌਰੇ, ਤੂੰ ਐਵੇਂ ਹੀ ਫਿਕਰ ਕਰੀ ਜਾਨੀ ਐ। ਰੱਬ ਨੇ ਸਭ ਕੁਝ ਸੋਚਿਆ ਹੋਇਆ ਆਪਣੀ ਧੀ ਵਾਸਤੇ। ਇਹਨੂੰ ਚੰਗਾ ਘਰ ਚੰਗਾ ਖਾਨਦਾਨ ਜ਼ਰੂਰ ਮਿਲੂਗਾ। ਅਗਲੀ ਸਵੇਰ ਨਿਸ਼ਾ ਦਾ ਬਾਪੂ ਰੋਜ਼ ਦੀ ਤਰ੍ਹਾਂ ਖੇਤ ਗਿਆ, ਪਰ ਦੁਪਹਿਰ ਤੱਕ ਵਾਪਸ ਨਹੀਂ ਮੁੜਿਆ। ਸੁਖਜਿੰਦਰ ਕੌਰ ਨੂੰ ਫਿਕਰ ਖਾਣ ਲੱਗੀ। ਉਹ ਨਿਸ਼ਾ ਨੂੰ ਕਹਿਣ ਲੱਗੀ, ਤੂੰ ਕਿਤੇ ਜਾਵੀਂ ਨਾ, ਘਰ ਹੀ ਰਹੀਂ। ਮੈਂ ਤੇਰੇ ਬਾਪੂ ਦਾ ਸੁਨੇਹਾ ਲੈ ਕੇ ਹੁਣੇ ਵਾਪਸ ਆਉਂਦੀ ਹਾਂ। ਇੰਨਾ ਕਹਿ ਕੇ ਉਹ ਖੇਤਾਂ ਨੂੰ ਚਲੇ ਜਾਂਦੀ ਹੈ। ਰਾਹ ਜਾਂਦੀ ਮਨ ਵਿੱਚ ਚੰਗੇ ਬੁਰੇ ਵਿਚਾਰਾਂ ਨਾਲ ਲੜਦੀ, ਰੱਬ ਖੈਰ ਹੋਵੇ। ਨਿਸ਼ਾ ਦਾ ਬਾਪੂ ਕਦੀ ਦੇਰ ਨਾਲ ਘਰ ਨਹੀਂ ਆਇਆ। ਆਪਣੇ ਖੇਤੋਂ ਲੰਬਰਦਾਰਾਂ ਦੇ ਮੁੰਡੇ ਨੂੰ ਭੱਜਦਾ ਆਉਂਦਾ ਦੇਖ ਕੇ ਸੁਖਜਿੰਦਰ ਦਾ ਚਿੱਤ ਕਾਹਲਾ ਪੈਣ ਲੱਗ ਪਿਆ। ਸਾਹੋ ਸਾਹੀ ਹੋਇਆ ਮੁੰਡਾ ਕਹਿੰਦਾ, ਤਾਈ ਛੇਤੀ ਚੱਲ ਖੇਤਾਂ ਨੂੰ। ਸੁਖਜਿੰਦਰ ਕੌਰ ਕਿਹਾ, ਵੇ ਰੱਬਾ ਖੈਰ ਕਰੀ, ਸਭ ਸੁੱਖ ਹੋਵੇ। ਭੱਜੀ ਭੱਜੀ ਸਾਹੋ ਸਾਹੀ ਹੋਈ ਮੈਂ ਖੇਤਾਂ ਵੱਲ ਗਈ। ਮੋਟਰ ਤੇ 8-10 ਬੰਦੇ ਘੇਰਾ ਪਾਈ ਬੈਠੇ ਸਨ। ਦੂਰੋਂ ਵੇਖ ਕੇ ਮੇਰਾ ਚਿੱਤ ਕਾਹਲਾ ਪੈਣ ਲੱਗ ਪਿਆ। ਮੋਟਰ ਵਾਲੇ ਕਮਰੇ ਵਿੱਚ ਵੜਦਿਆਂ ਹੀ ਉਸ ਦੇ ਹੱਥ ਪੈਰ ਸੁੰਨ ਹੋ ਗਏ ਅਤੇ ਉਸ ਦੀ ਉੱਚੀ ਸਾਰੀ ਚੀਕ ਨਿਕਲ ਗਈ, ਥੱਲੇ ਡਿੱਗ ਗਈ। ਨਿਸ਼ਾ ਦੇ ਬਾਪੂ ਮੂੰਹ ਵਿੱਚੋਂ ਝੱਗ ਸੀ। ਕੋਲ ਖੜੇ ਲੋਕ ਬਸ ਤਮਾਸ਼ਬੀਨਾਂ ਵਾਂਗ ਤਮਾਸ਼ਾ ਦੇਖ ਰਹੇ ਸਨ। ਕਿਸੇ ਨੇ ਉਹਨਾਂ ਨੂੰ ਮਦਦ ਨਾ ਕੀਤੀ। ਨਿਸ਼ਾ ਦਾ ਬਾਪੂ ਬਸ ਨਿਸ਼ਾ ਨੂੰ ਯਾਦ ਕਰ ਰਿਹਾ ਸੀ। ਉਖੜੇ ਹੋਏ ਸਾਹਾਂ ਅਤੇ ਕੰਬਦੀ ਹੋਈ ਜ਼ੁਬਾਨ ਨਾਲ ਕਹਿੰਦਾ, ਸੁਖਜਿੰਦਰ ਕੌਰੇ, ਧੀ ਦਾ ਖਿਆਲ ਰੱਖੀ, ਕਿਸੇ ਤਰ੍ਹਾਂ ਦੀ ਕਮੀ ਨਾ ਆਵੇ ਮੇਰੀ ਨਿਸ਼ਾ ਨੂੰ। ਬਸ ਇੰਨਾ ਕਹਿੰਦਾ ਹੋਇਆ ਉਹ ਸਾਹ ਛੱਡ ਗਿਆ। ਬਾਪੂ ਦੇ ਜਾਣ ਦਾ ਦੁੱਖ ਨਿਸ਼ਾ ਤੋਂ ਜ਼ਰ ਨਹੀਂ ਹੋਇਆ, ਪਰ ਮਾਂ ਨੂੰ ਵੀ ਰੋਂਦਾ ਨਹੀਂ ਵੇਖ ਸਕਦੀ ਸੀ। ਜਦੋਂ ਕਿਤੇ ਮਨ ਉਦਾਸ, ਉਹਨਾਂ ਅੰਦਰ ਬੰਦ ਕਮਰੇ ਵਿੱਚ ਜਾ ਕੇ ਰੋ ਲੈਣਾ। ਬਾਪੂ ਦੀ ਯਾਦ ਸਾਰੇ ਜ਼ਖਮ ਅੱਲੇ ਕਰ ਦਿੰਦੀ ਸੀ। ਨਿਸ਼ਾ ਦੀ ਉਮਰ ਵਿੱਚ ਹਾਲੇ ਬਚਪਨਾ ਸੀ, ਪਰ ਕਿਸੇ ਹੀਲੇ ਵੀ ਨਿਸ਼ਾ ਬਾਪੂ ਦੀਆਂ ਯਾਦਾਂ ਨੂੰ ਘੱਟ ਨਾ ਕਰ ਸਕੀ। ਇੱਕ ਦਿਨ ਉਸਨੇ ਸਕੂਲ ਜਾਂਦੇ ਹੋਏ ਲਾਲ ਬਕਸੇ ਵਿੱਚ ਇੱਕ ਚਿੱਠੀ ਵਾਹਿਗੁਰੂ ਜੀ ਨੂੰ ਲਿਖ ਦਿੱਤੀ। ਬੜੇ ਕਾਹਲੇ ਮਨ ਨਾਲ ਉਹ ਵਾਹਿਗੁਰੂ ਜੀ ਦੀ ਚਿੱਠੀ ਦਾ ਜਵਾਬ ਉਡੀਕ ਰਹੀ ਸੀ, ਪਰ 10 ਦਿਨ ਬੀਤਣ ਬਾਅਦ ਵੀ ਵਾਹਿਗੁਰੂ ਜੀ ਦੀ ਚਿੱਠੀ ਦਾ ਕੋਈ ਜਵਾਬ ਨਾ ਆਇਆ ਅਤੇ ਉਸ ਦਾ ਮਨ ਉਦਾਸ ਹੋ ਗਿਆ। ਫਿਰ ਇੱਕ ਦਿਨ ਤਾਈ ਰੇਸ਼ਮੋ ਉਹਨਾਂ ਦੇ ਘਰ ਆਈ ਅਤੇ ਸੁਖਜਿੰਦਰ ਨੂੰ ਕਹਿਣ ਲੱਗੀ, ਸੁਖਜਿੰਦਰ, ਤੂੰ ਦੂਜਾ ਵਿਆਹ ਕਰਵਾ ਲੈ। ਜਵਾਨੀ ਦੀ ਉਮਰ ਐਵੇਂ ਨਹੀਂ ਹੰਢਾਈ ਜਾਣੀ। ਕਿੰਨੀ ਦੇਰ ਪਰਾਏ ਮਰਦਾਂ ਦੀਆਂ ਅੱਖਾਂ ਵਿੱਚ ਸ਼ਿਕਾਰ ਬਣਦੀ ਰਹੇਂਗੀ। ਉਸ ਨੇ ਤਾਈ ਨੂੰ ਕੋਰੀ ਨਾ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਮੇਰੀ ਧੀ ਨੂੰ ਰੋਲ ਦੇਣਾ ਹੈ। ਜੇ ਰੱਬ ਨੂੰ ਐਵੇਂ ਹੀ ਮਨਜ਼ੂਰ ਹੈ ਤਾਂ ਮੈਂ ਆਪੇ ਆਪਣੀ ਧੀ ਨਾਲ ਸਮਾਂ ਨਿਭਾ ਲਊਂ। ਹੁਣ 15 ਦਿਨ ਹੋ ਗਏ, ਪਰ ਵਾਹਿਗੁਰੂ ਜੀ ਦੀ ਚਿੱਠੀ ਦਾ ਕੋਈ ਜਵਾਬ ਨਾ ਆਇਆ। ਨਿਸ਼ਾ ਅਗਲੇ ਦਿਨ ਇੱਕ ਹੋਰ ਚਿੱਠੀ ਲਾਲ ਬਕਸੇ ਵਿੱਚ ਪਾ ਦਿੱਤੀ ਤੇ ਮਨ ਵਿੱਚ ਸੋਚਿਆ, ਵਾਹਿਗੁਰੂ ਜੀ, ਜੇਕਰ ਤੁਸੀਂ ਮੇਰੀ ਚਿੱਠੀ ਦਾ ਜਵਾਬ ਨਾ ਦਿੱਤਾ ਤਾਂ ਮੈਂ ਤੁਹਾਡੇ ਨਾਲ ਕਦੀ ਗੱਲ ਨਹੀਂ ਕਰਨੀ। ਅੱਖਾਂ ਦੇ ਵਿੱਚ ਅਥਰੂ ਲੈ ਕੇ ਉਹ ਸਿੱਧਾ ਸਕੂਲ ਚਲੀ ਗਈ, ਪਰ ਉਸ ਦਾ ਮਨ ਵਾਹਿਗੁਰੂ ਜੀ ਦੀ ਚਿੱਠੀ ਨੂੰ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਨਿਸ਼ਾ ਦਾ ਅੱਜ ਸਕੂਲ ਵਿੱਚ ਪੜ੍ਹਾਈ ਕਰਨ ਦਾ ਜ਼ਰਾ ਵੀ ਮਨ ਨਹੀਂ ਸੀ। ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਜਾਂਦੀ ਹੋਈ ਲਾਲ ਬਕਸੇ ਨੂੰ ਵੇਖ ਕੇ ਸੋਚ ਰਹੀ ਸੀ ਕਿ ਵਾਹਿਗੁਰੂ ਜੀ ਪਤਾ ਨਹੀਂ ਕਦੋਂ ਮੇਰੀ ਚਿੱਠੀ ਦਾ ਜਵਾਬ ਦੇਣਗੇ। ਬਾਪੂ ਦੀ ਯਾਦ ਅਤੇ ਮਾਂ ਦੇ ਚਿਹਰੇ ਦੀ ਰੌਣਕ ਵੇਖ ਕੇ ਮੇਰਾ ਹਿਰਦਾ ਵਲੂੰਧਰ ਜਾਂਦਾ ਸੀ। ਉਧਰ ਪਿੰਡ ਦਾ ਡਾਕੀਆ ਜੈਲਾ ਸਿੰਘ ਇਹ ਸੋਚ ਰਿਹਾ ਸੀ ਕਿ ਵਾਹਿਗੁਰੂ ਨੂੰ ਚਿੱਠੀ ਲਿਖਣ ਵਾਲਾ ਕੌਣ ਹੈ। ਜੈਲਾ ਸਿੰਘ ਦੂਜੀ ਚਿੱਠੀ ਲੈ ਕੇ ਪਿੰਡ ਦੇ ਸਰਪੰਚ ਕੋਲ ਚਲਾ ਗਿਆ ਅਤੇ ਕਹਿਣ ਲੱਗਾ, ਸਰਦਾਰ ਜੀ, ਵਾਹਿਗੁਰੂ ਨੂੰ ਕਿਸੇ ਨੇ 2 ਚਿੱਠੀਆਂ ਲਿਖੀਆਂ ਹਨ। ਸਰਪੰਚ ਬਹੁਤ ਹੈਰਾਨ ਹੋਇਆ ਅਤੇ ਕਹਿੰਦਾ, ਪਹਿਲੀ ਚਿੱਠੀ ਕਿੱਥੇ ਹੈ, ਜਾ ਲੈ ਕੇ ਆ। ਪਰ ਸਰਦਾਰ ਜੀ, ਉਹ ਤਾਂ ਮੈਂ ਪਾੜ ਕੇ ਸੁੱਟ ਦਿੱਤੀ। ਸਰਪੰਚ ਜੈਲੇ ਤੇ ਗੁੱਸਾ ਹੁੰਦਾ ਹੋਇਆ ਕਹਿਣ ਲੱਗਾ, ਲਿਆ ਚਿੱਠੀ ਪੜ੍ਹ ਕੇ ਸੁਣਾ, ਵਿੱਚ ਕੀ ਲਿਖਿਆ। ਉਸ ਨੇ ਚਿੱਠੀ ਪੜ੍ਹਨੀ ਸ਼ੁਰੂ ਕਰ ਦਿੱਤੀ।
ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ, ਤੁਹਾਡਾ ਕੀ ਹਾਲ ਹੈ? ਮੈਂ ਤੁਹਾਡੀ ਆਪਣੀ ਨਿਸ਼ਾ। ਵਾਹਿਗੁਰੂ ਜੀ, ਕੀ ਗੱਲ ਤੁਸੀਂ ਮੇਰੇ ਨਾਲ ਨਾਰਾਜ਼ ਹੋ? ਤੁਸੀਂ ਮੇਰੀ ਪਹਿਲੀ ਚਿੱਠੀ ਦਾ ਜਵਾਬ ਨਹੀਂ ਦਿੱਤਾ। ਵਾਹਿਗੁਰੂ ਜੀ, ਤੁਹਾਨੂੰ ਪਤਾ ਮੇਰੇ ਬਾਪੂ ਬਿਨਾਂ ਜੀ ਨਹੀਂ ਲੱਗਦਾ। ਤੁਸੀਂ ਆਪਣੇ ਕੋਲ ਸੱਦ ਲਿਆ, ਥੋੜ੍ਹਾ ਮੇਰਾ ਵੀ ਸੋਚ ਲੈਂਦੇ। ਸੱਚੀ ਦੱਸਾਂ, ਜਦੋਂ ਬਾਪੂ ਤੋਂ ਬਿਨਾਂ ਮਨ ਉਦਾਸ ਹੁੰਦਾ, ਕੱਲੀ ਕਮਰੇ ਵਿੱਚ ਜਾ ਕੇ ਰੋ ਪੈਂਦੀ ਹਾਂ। ਵਾਹਿਗੁਰੂ ਜੀ, ਮਾਂ ਵੀ ਬਹੁਤ ਉਦਾਸ ਰਹਿੰਦੀ। ਮੈਂ ਬਹੁਤ ਵਾਰੀ ਰੋਟੀ ਬਣਾਉਂਦੇ ਹੋਏ ਮਾਂ ਨੂੰ ਰੋਂਦੇ ਹੋਏ ਵੇਖਿਆ ਹੈ। ਜਦੋਂ ਮੈਂ ਪੁੱਛਦੀ ਹਾਂ ਕੀ ਗੱਲ ਹੈ, ਤਾਂ ਮਾਂ ਕਹਿੰਦੀ, ਪੁੱਤ, ਅੰਗੀਠੀ ਦਾ ਧੂੰਆਂ ਅੱਖਾਂ ਵਿੱਚ ਪੈ ਰਿਹਾ ਹੈ। ਵਾਹਿਗੁਰੂ ਜੀ, ਤੁਹਾਨੂੰ ਪਤਾ ਹੈ, ਸਾਰੇ ਬੱਚੇ ਆਪਣੇ ਬਾਪੂ ਨਾਲ ਸ਼ਹਿਰ ਘੁੰਮਣ ਜਾਂਦੇ ਨੇ, ਪਰ ਮੈਂ ਮਾਂ ਨੂੰ ਕਦੀ ਤੰਗ ਨਹੀਂ ਕੀਤਾ ਕਿਵੇਂ ਸ਼ਹਿਰ ਜਾਣਾ ਹੈ। ਵਾਹਿਗੁਰੂ ਜੀ, ਤੁਸੀਂ ਹੁਣ ਐਵੇਂ ਨਾ ਕਰੋ, ਮੇਰੇ ਬਾਪੂ ਨੂੰ ਮੇਰੇ ਕੋਲ ਭੇਜ ਦਿਓ। ਬਾਪੂ ਤਾਂ ਕਦੀ ਹੁਣ ਸੁਪਨੇ ਵਿੱਚ ਵੀ ਨਹੀਂ ਆਉਂਦਾ ਕਿ ਆਪਣੀ ਧੀ ਨੂੰ ਮਿਲ ਆਵਾਂ। ਚਿੱਠੀ ਪੜ੍ਹਦੇ ਪੜ੍ਹਦੇ ਜੈਲੇ ਸਿੰਘ ਅਤੇ ਸਰਪੰਚ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਸਰਦਾਰ ਜੀ, ਮੈਥੋਂ ਹੋਰ ਨਹੀਂ ਪੜ੍ਹੀ ਜਾਣੀ। ਸਰਪੰਚ ਠੰਡਾ ਸਾਹ ਭਰਦਾ ਹੋਇਆ ਕਹਿੰਦਾ, ਚਿੱਠੀ ਪੂਰੀ ਕਰ। ਉਹ ਹੌਸਲਾ ਕਰਕੇ ਚਿੱਠੀ ਦੁਬਾਰਾ ਪੜ੍ਹਨੀ ਸ਼ੁਰੂ ਕਰਦਾ ਹੈ। ਵਾਹਿਗੁਰੂ ਜੀ, 6 ਮਹੀਨੇ ਹੋ ਗਏ, ਮਾਂ ਨੇ ਸਕੂਲ ਦੀ ਫੀਸ ਨਹੀਂ ਦਿੱਤੀ। ਕਿਤਾਬਾਂ ਵੀ ਮੈਨੂੰ ਸਕੂਲ ਤੋਂ ਮਿਲੀਆਂ ਹਨ। ਪਹਿਲਾਂ ਮੈਨੂੰ ਮਾਸਟਰ ਬਹੁਤ ਤੰਗ ਕਰਦਾ ਸੀ, ਪਰ ਹੁਣ ਉਹ ਕੁਝ ਨਹੀਂ ਕਹਿੰਦਾ। ਵਾਹਿਗੁਰੂ ਜੀ, ਬਾਪੂ ਦੇ ਜਾਣ ਤੋਂ ਬਾਅਦ ਮੈਂ ਰਾਤ ਨੂੰ ਦੁੱਧ ਪੀ ਕੇ ਨਹੀਂ ਸੁੱਤੀ। ਅੱਧੀ ਛੁੱਟੀ ਵੇਲੇ ਸਾਰੇ ਬੱਚੇ ਚੀਜ਼ਾਂ ਖਾਂਦੇ ਹਨ, ਪਰ ਮੇਰੇ ਕੋਲ ਪੈਸੇ ਨਹੀਂ ਹੁੰਦੇ। ਪਰ ਮੈਂ ਕਦੀ ਮਾਂ ਨੂੰ ਸ਼ਿਕਾਇਤ ਨਹੀਂ ਕੀਤੀ। ਵਾਹਿਗੁਰੂ ਜੀ, ਇੱਕ ਗੱਲ ਹੋਰ ਦੱਸਾਂ, ਤਾਈ ਰੇਸ਼ਮੋ ਆਈ ਸੀ ਆਪਣੇ ਘਰ। ਪਤਾ ਨਹੀਂ ਮਾਂ ਨਾਲ ਕੀ ਗੱਲਾਂ ਕਰਦੀ ਸੀ। ਮਾਂ ਨੇ ਗੁੱਸੇ ਨਾਲ ਤਾਈ ਨੂੰ ਜਵਾਬ ਦਿੱਤਾ ਅਤੇ ਤਾਈ ਵਾਪਸ ਚਲੀ ਗਈ। ਵਾਹਿਗੁਰੂ ਜੀ, ਹੁਣ ਮੈਂ ਚਿੱਠੀ ਬੰਦ ਕਰਦੀ ਹਾਂ, ਬਾਕੀ ਗੱਲਾਂ ਤੁਹਾਨੂੰ ਫਿਰ ਦੱਸਾਂਗੀ। ਤੁਸੀਂ ਹੁਣ ਬਾਪੂ ਨੂੰ ਰਾਤ ਸੁਪਨੇ ਵਿੱਚ ਘੱਲ ਦੇਣਾ ਨਾਲ ਅਤੇ ਬਾਪੂ ਨੂੰ ਕਹਿਣਾ ਮੇਰੀ ਚਿੱਠੀ ਦਾ ਜਵਾਬ ਦੇਵੇ। ਵਾਹਿਗੁਰੂ ਜੀ, ਜੇ ਬਾਪੂ ਨਾ ਆਇਆ ਤਾਂ ਮੈਂ ਵੀ ਤੁਹਾਡੇ ਕੋਲ ਆ ਜਾਣਾ। ਫਿਰ ਮੈਂ ਅਤੇ ਬਾਪੂ ਤੁਹਾਡੇ ਕੋਲ ਇਕੱਠੇ ਰਹਾਂਗੇ। ਚਿੱਠੀ ਖਤਮ ਹੁੰਦੇ ਹੀ ਸਰਪੰਚ ਅਤੇ ਜੈਲੇ ਦੀਆਂ ਅੱਖਾਂ ਦਾ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਉਹ ਸਰਪੰਚ ਨੂੰ ਕਹਿੰਦਾ, ਸਰਦਾਰ ਜੀ, ਕੁੜੀ ਦੀ ਉਦਾਸੀ ਦਾ ਕੋਈ ਹੱਲ ਦੱਸੋ। ਇੱਕ ਲੰਬੀ ਸੋਚ ਤੋਂ ਬਾਅਦ, ਤੂੰ ਨਿਸ਼ਾ ਨੂੰ ਚਿੱਠੀ ਲਿਖ, ਵਾਹਿਗੁਰੂ ਬਣ ਕੇ। ਜੈਲ ਸਿੰਘ, ਨਾ ਸਰਦਾਰ ਜੀ, ਨਾ, ਮੈਥੋਂ ਪਾਪ ਨਾ ਕਰਵਾਓ। ਮੈਂ ਕਿਵੇਂ ਇੱਕ ਛੋਟੀ ਬੱਚੀ ਦੇ ਜਜ਼ਬਾਤਾਂ ਨਾਲ ਖੇਡ ਸਕਦਾ ਹਾਂ। ਉਹ ਵਿਚਾਰੀ ਪਤਾ ਨਹੀਂ ਕੀ ਉਮੀਦਾਂ ਲਾਈ ਬੈਠੀ, ਪਰ ਸਰਪੰਚ ਦੇ ਬਾਰ-ਬਾਰ ਕਹਿਣ ਤੇ ਉਸ ਨੂੰ ਮਜਬੂਰ ਹੋਣਾ ਪਿਆ ਤੇ ਉਹ ਲਿਖਦਾ ਹੈ। ਅੱਖਾਂ ਦੇ ਵਿੱਚ ਪਾਣੀ ਭਰਦਾ ਹੋਇਆ ਉਹ ਚਿੱਠੀ ਲਿਖਣੀ ਬੰਦ ਕਰ ਦਿੰਦਾ ਹੈ। ਫਿਰ ਸਰਪੰਚ ਉਸ ਨੂੰ ਕਹਿੰਦਾ ਹੈ ਕਿ ਕੱਲ ਤੂੰ ਇਹ ਚਿੱਠੀ ਨਿਸ਼ਾ ਦੇ ਘਰ ਆਪ ਦੇ ਕੇ ਆਈ। ਸਰਦਾਰ ਜੀ, ਜ਼ਰੂਰ ਜਾਵਾਂਗਾ। ਅਗਲੀ ਸਵੇਰ ਨਿਸ਼ਾ ਰੋਜ਼ਾਨਾ ਦੀ ਤਰ੍ਹਾਂ ਸਕੂਲ ਚਲੀ ਗਈ, ਪਰ ਰਾਸਤੇ ਵਿੱਚ ਪੈਂਦੇ ਚਿੱਠੀ ਵਾਲੇ ਬਕਸੇ ਤੋਂ ਉਸ ਦੀ ਨਿਗਾਹ ਅਤੇ ਧਿਆਨ ਪਾਸੇ ਨਾ ਹੋਇਆ। ਸਾਰਾ ਧਿਆਨ ਵਾਹਿਗੁਰੂ ਜੀ ਦੀ ਚਿੱਠੀ ਅਤੇ ਬਾਪੂ ਜੀ ਯਾਦ ਵਿੱਚ ਲੱਗਿਆ ਹੋਇਆ ਸੀ। ਰੋਂਦੀ ਹੋਈ ਉਦਾਸ ਮਨ ਦੇ ਨਾਲ ਰੋਜ਼ ਦੀ ਤਰ੍ਹਾਂ ਬਚਨੋਂ ਜਮਾਤ ਵਿੱਚ ਚਲੀ ਗਈ। ਉਧਰ ਜੈਲ ਸਿੰਘ ਬਚਨੋਂ ਦੇ ਘਰ ਚਿੱਠੀ ਦੇਣ ਪੁੱਜਾ, ਬੜੇ ਹੀ ਔਖੇ ਮਨ ਦੇ ਨਾਲ। ਆਵਾਜ਼ ਨਿਕਲੀ, ਨਿਸ਼ਾ ਘਰ ਹੈ ਤੂੰ ਪੁੱਤਰ? ਕੋਈ ਚਿੱਠੀ ਆਈ ਹੈ ਤੇਰੀ। ਅੰਦਰੋਂ ਸੁਖਜਿੰਦਰ ਕੌਰ ਦੀ ਆਵਾਜ਼ ਆਉਂਦੀ ਹੈ। ਸਾਨੂੰ ਭਲਾ ਕਿੰਨੇ ਚਿੱਠੀ ਪਾ ਦਿੱਤੀ? ਪਤਾ ਨਹੀਂ ਭੈਣਾ, ਉਹ ਬੋਲਿਆ। ਚਿੱਠੀ ਫੜਦੇ ਹੋਏ ਜਸਵੰਤ ਕੌਰ ਬੋਲੀ, ਆ ਜਾ ਵੀਰ, ਅੰਦਰ ਲੱਸੀ ਪੀ ਕੇ ਜਾਈਂ। ਨਹੀਂ ਭੈਣ, ਫੇਰ ਸਹੀ ਵੀਰ, ਪੜ੍ਹ ਕੇ ਤਾਂ ਸੁਣਾ, ਕਿੱਥੋਂ ਆਈ ਹੈ ਅਤੇ ਕੀ ਲਿਖਿਆ ਹੈ? ਭੈਣ, ਮੈਂ ਥੋੜ੍ਹਾ ਕਾਹਲੀ ਵਿੱਚ ਹਾਂ, ਤੂੰ ਨਿਸ਼ਾ ਨੂੰ ਦੇਵੀਂ, ਪੜ੍ਹ ਲਵੇਗੀ। ਇੰਨਾ ਕਹਿੰਦਾ ਹੋਇਆ ਉਹ ਅੱਗੇ ਵੱਧ ਗਿਆ, ਪਰ ਉਹਦੀਆਂ ਅੱਖਾਂ ਵਿੱਚੋਂ ਹੰਝੂ ਰੁਕਦੇ ਨਾ ਬੰਦ ਹੋਏ। ਸੁਖਜਿੰਦਰ ਕੌਰ ਨੇ ਚਿੱਠੀ ਅੰਦਰਲੇ ਕਮਰੇ ਵਿੱਚ ਰੱਖ ਦਿੱਤੀ ਅਤੇ ਆਪਣੇ ਕੰਮ ਵਿੱਚ ਜੁਟ ਗਈ। ਉਦਾਸ ਚਿਹਰੇ ਅਤੇ ਮਨ ਵਿੱਚ ਸੋਚਾਂ ਲੈ ਕੇ ਨਿਸ਼ਾ ਸਕੂਲ ਦੀ ਛੁੱਟੀ ਤੋਂ ਬਾਅਦ ਘਰ ਪਰਤ ਆਈ। ਆਉਂਦਿਆਂ ਹੀ ਬੇਬੇ ਨੇ ਰੋਟੀ ਦਿੱਤੀ ਅਤੇ ਹਾਲ ਚਾਲ ਪੁੱਛਿਆ। ਰੋਜ਼ ਦੀ ਤਰ੍ਹਾਂ ਅੱਜ ਵੀ ਨਿਸ਼ਾ ਨੇ ਉਦਾਸ ਮਨ ਨਾਲ ਮਾਂ ਦੀ ਕਿਸੇ ਗੱਲ ਦਾ ਚੰਗੀ ਤਰ੍ਹਾਂ ਜਵਾਬ ਨਹੀਂ ਦਿੱਤਾ। ਫਿਰ ਸੁਖਜਿੰਦਰ ਕਹਿੰਦੀ, ਪੁੱਤ, ਕੋਈ ਚਿੱਠੀ ਆਈ ਹੈ। ਅੱਜ ਇੰਨੀ ਗੱਲ ਸੁਣਦੇ ਹੀ ਉਸਦੇ ਚਿਹਰੇ ਉੱਤੇ ਉਤਸੁਕਤਾ ਵੱਧ ਗਈ। ਬੇਬੇ, ਕਿੱਥੇ ਪਈ ਹੈ ਚਿੱਠੀ? ਜਲਦੀ ਦੱਸ। ਅੰਦਰਲੇ ਕਮਰੇ ਵਿੱਚ ਰੱਖੀ ਹੈ ਪੁੱਤ, ਨਾਲੇ ਮੈਨੂੰ ਵੀ ਦੱਸ ਦੇਈਂ ਕੀ ਲਿਖਿਆ ਹੈ।
ਖੁਸ਼ੀ ਵਿੱਚ ਭੱਜਦੀ ਹੋਈ ਉਹ ਅੰਦਰਲੇ ਕਮਰੇ ਵਿੱਚ ਜਾ ਵੜਦੀ ਹੈ। ਮੰਜੇ ਉੱਤੇ ਪਈ ਚਿੱਠੀ ਵੇਖ ਕੇ ਉਸ ਦਾ ਦਿਲ ਖੁਸ਼ੀ ਨਾਲ ਝੂਮ ਉੱਠਦਾ ਹੈ। ਮਨ ਹੀ ਮਨ ਉਹ ਆਪਣੇ ਵਾਹਿਗੁਰੂ ਜੀ ਅਤੇ ਬਾਪੂ ਜੀ ਦਾ ਸ਼ੁਕਰੀਆ ਅਦਾ ਕਰਦੀ ਹੈ। ਇੰਨੀ ਦੇਰ ਨੂੰ ਬਾਹਰੋਂ ਸੁਖਜਿੰਦਰ ਦੀ ਆਵਾਜ਼ ਆਉਂਦੀ ਹੈ, ਨਿਸ਼ਾ ਪੁੱਤ, ਮੈਂ ਤਾਈ ਰੇਸ਼ਮੋ ਦੇ ਘਰ ਚੱਲੀ ਹਾਂ, ਥੋੜੀ ਦੇਰ ਤੱਕ ਮੁੜ ਆਵਾਂਗੀ। ਨਿਸ਼ਾ ਆਵਾਜ਼ ਦਿੰਦੀ ਹੈ, ਚੰਗਾ ਮਾਂ, ਕੋਈ ਗੱਲ ਨਹੀਂ, ਤੇ ਉਹ ਬੜੀ ਉਤਸੁਕਤਾ ਨਾਲ ਚਿੱਠੀ ਖੋਲ ਕੇ ਪੜ੍ਹਨਾ ਸ਼ੁਰੂ ਕਰ ਦਿੰਦੀ ਹੈ। ਚਿੱਠੀ 'ਚ ਲਿਖਤ, ਨਿਸ਼ਾ ਕੀ ਹਾਲ ਹੈ ਪੁੱਤ, ਮੈਂ ਤੇਰਾ ਵਾਹਿਗੁਰੂ ਜੀ ਬੋਲਦਾ ਹਾਂ, ਠੀਕ ਹੈ ਪੁੱਤ, ਨਾਰਾਜ਼ ਤਾਂ ਨਹੀਂ ਮੇਰੇ ਨਾਲ? ਪੁੱਤ, ਕੰਮਾਂ ਕਾਰਾਂ ਵਿੱਚ ਰੁੱਝੇ ਹੋਣ ਕਰਕੇ ਮੈਂ ਤੇਰੀ ਪਹਿਲੀ ਚਿੱਠੀ ਦਾ ਜਵਾਬ ਨਹੀਂ ਦੇ ਸਕਿਆ। ਤੈਨੂੰ ਪਤਾ ਤੇਰੇ ਬਾਪੂ ਦਾ ਤੇਰੇ ਬਿਨਾਂ ਜੀ ਨਹੀਂ ਲੱਗਦਾ। ਤੇਰਾ ਬਾਪੂ ਹਰ ਵੇਲੇ ਮੇਰੇ ਕੋਲ ਤੇਰਾ ਹਾਲ ਚਾਲ ਪੁੱਛਦਾ ਰਹਿੰਦਾ। ਪੁੱਤ, ਤੂੰ ਕਿਸੇ ਗੱਲ ਦੀ ਚਿੰਤਾ ਨਾ ਲਾਈ। ਪੁੱਤ, ਐਵੇਂ ਰੋਈ ਦਾ ਨਹੀਂ ਹੁੰਦਾ, ਮਨ ਛੋਟਾ ਨਾ ਕਰਿਆ ਕਰ, ਤੂੰ ਆਪਣੀ ਬੇਬੇ ਦਾ ਖਿਆਲ ਰੱਖਿਆ ਕਰ। ਪੁੱਤ, ਤੂੰ ਕਹਿੰਦਾ ਸੀ ਨਾ ਕਿ ਸ਼ਹਿਰ ਘੁੰਮਣ ਜਾਣਾ ਹੁੰਦਾ, ਮੈਂ ਤੇਰਾ ਦਾਖਲਾ ਸ਼ਹਿਰ ਦੇ ਵੱਡੇ ਸਕੂਲ ਵਿੱਚ ਕਰਾ ਦਿੱਤਾ ਹੈ। ਤੇਰੇ ਨਵੇਂ ਸਕੂਲ ਦੀ ਫੀਸ ਅਤੇ ਕਿਤਾਬਾਂ ਤੈਨੂੰ ਮਿਲ ਜਾਣਗੀਆਂ। ਕਿਸੇ ਗੱਲ ਦਾ ਮੇਰਾ ਪੁੱਤ ਦਿਮਾਗ ਉੱਤੇ ਬੋਝ ਨਾ ਰੱਖੀ। ਇੱਕ ਸੋਹਣਾ ਜਿਹਾ ਘਰ ਤੇਰੇ ਵਾਸਤੇ ਸ਼ਹਿਰ ਵਿੱਚ ਲਿਆ ਹੈ। ਤਾਇਆ ਸਰਪੰਚ ਤੈਨੂੰ ਚੜ੍ਹਦੀਆਂ ਤਰੀਕਾਂ ਨੂੰ ਸ਼ਹਿਰ ਛੱਡ ਦੇਵੇਗਾ। ਮੈਂ ਆਪਣੇ ਪੁੱਤ ਵਾਸਤੇ ਕੁਝ ਚੀਜ਼ਾਂ ਸਰਪੰਚ ਨੂੰ ਦਿੱਤੀਆਂ ਨੇ, ਉਹ ਥੈਲਾ ਸ਼ਹਿਰ ਜਾਣ ਵੇਲੇ ਤੂੰ ਤਾਏ ਸਰਪੰਚ ਕੋਲੋਂ ਲੈ ਲਵੀਂ। ਨਾਲੇ ਮੈਂ ਤਾਏ ਸਰਪੰਚ ਨੂੰ ਕਹਾਂਗਾ ਕਿ ਉਹ ਬੇਬੇ ਨੂੰ ਆ ਕੇ ਮਿਲ ਲਵੇ ਅਤੇ ਆਪੇ ਸਾਰੀ ਗੱਲ ਕਰ ਲਵੇ। ਚਿੱਠੀ ਪੜ੍ਹਦੇ ਹੋਏ ਨਿਸ਼ਾ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਸੀ ਅਤੇ ਖੁਸ਼ੀ ਦੇ ਹੰਝੂ ਡਿੱਗ ਰਹੇ ਸਨ। ਸ਼ਹਿਰ ਜਾ ਕੇ ਪੜ੍ਹਨ ਦੀ ਗੱਲ ਨੇ ਉਸ ਦੇ ਹੌਸਲੇ ਨੂੰ ਨਵੀਂ ਉਡਾਨ ਦੇ ਦਿੱਤੀ ਅਤੇ ਆਪਣੇ ਆਪ ਨੂੰ ਸੰਭਾਲਦੀ ਹੋਈ ਉਹ ਚਿੱਠੀ ਦੁਬਾਰਾ ਪੜ੍ਹਨਾ ਸ਼ੁਰੂ ਕਰਦੀ ਹੈ। ਨਿਸ਼ਾ ਪੁੱਤ, ਮੈਨੂੰ ਵੀ ਤੇਰੀ ਬੜੀ ਯਾਦ ਆਉਂਦੀ ਹੈ। ਮੈਂ ਵੀ ਤੇਰੇ ਬਾਪੂ ਨਾਲ ਤੈਨੂੰ ਸੁਪਨੇ ਵਿੱਚ ਮਿਲਣਾ। ਸੱਚ ਕਹਾਂ ਤਾਂ ਮੇਰਾ ਵੀ ਜੀ ਤੇਰੇ ਬਿਨਾਂ ਨਹੀਂ ਲੱਗਦਾ। ਅਸੀਂ ਜਲਦ ਹੀ ਤੈਨੂੰ ਸੁਪਨੇ ਵਿੱਚ ਮਿਲਣ ਆਵਾਂਗੇ। ਹਾਂ ਪੁੱਤ, ਸੱਚ ਤੇਰੇ ਬਾਪੂ ਨੇ ਇੱਕ ਸੁਨੇਹਾ ਦਿੱਤਾ ਸੀ ਕਿ ਮੇਰੀ ਧੀ ਰੋਜ਼ ਰਾਤ ਨੂੰ ਦੁੱਧ ਪੀ ਕੇ ਸੋਇਆ ਕਰੇ। ਪੁੱਤ, ਤੇਰਾ ਬਾਪੂ ਇਹ ਵੀ ਕਹਿੰਦਾ ਸੀ ਕਿ ਤੂੰ ਸਾਨੂੰ ਚਿੱਠੀ ਲਿਖਣੀ ਬੰਦ ਨਾ ਕਰੀ, ਸਾਨੂੰ ਤੇਰੀ ਚਿੱਠੀ ਦੀ ਉਡੀਕ ਰਹੇਗੀ। ਚੰਗਾ, ਨਾਲੇ ਮੇਰਾ ਪੁੱਤ ਹੌਸਲਾ ਤੇ ਸਬਰ ਰੱਖਣਾ ਹੈ। ਠੀਕ ਹੈ ਪੁੱਤ, ਮੈਂ ਹੁਣ ਲਿਖਣਾ ਬੰਦ ਕਰਦਾ ਹਾਂ, ਬਾਕੀ ਗੱਲਾਂ ਆਪਾਂ ਫੇਰ ਕਰਾਂਗੇ। ਤੇਰਾ ਆਪਣਾ ਵਾਹਿਗੁਰੂ ਜੀ। ਚਿੱਠੀ ਪੜ੍ਹ ਕੇ ਖੁਸ਼ੀ ਅਤੇ ਗਮੀ ਦਾ ਸੁਮੇਲ ਉਸ ਦੀਆਂ ਅੱਖਾਂ ਵਿੱਚ ਆ ਗਿਆ। ਉਸ ਦੀ ਮਾਂ ਆ ਕੇ ਉਸ ਨੂੰ ਆਖਦੀ ਹੈ ਕਿ ਦੱਸ ਕਿ ਚਿੱਠੀ ਕਿੱਥੋਂ ਆਈ ਹੈ ਅਤੇ ਵਿੱਚ ਕੀ ਲਿਖਿਆ। ਇਸ ਤਰ੍ਹਾਂ ਦੇ ਹਰ ਗੱਲ ਦਾ ਉਸ ਨੇ ਆਪਣੀ ਮਾਂ ਕੋਲੋਂ ਲੁਕੋ ਕੇ ਰੱਖਿਆ ਤੇ ਉਸ ਦਿਨ ਬਹੁਤ ਸਮੇਂ ਬਾਅਦ ਉਹ ਹੱਸੀ ਤੇ ਰੱਜ ਕੇ ਰੋਟੀ ਖਾਧੀ। ਅਗਲੀ ਸਵੇਰ ਉਹ ਬੜੀ ਖੁਸ਼ੀ ਸਕੂਲ ਆਈ। ਦੂਜੇ ਪਾਸੇ ਸਰਪੰਚ ਨਿਸ਼ਾ ਦੇ ਘਰ ਉਹਨਾਂ ਦੇ ਸ਼ਰੀਕੇ ਦੀ ਬੁੱਢੀ ਜੀਤੋ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਿਆ। ਸਰਪੰਚ, ਸਤਿ ਸ਼੍ਰੀ ਅਕਾਲ। ਸੁਖਜਿੰਦਰ, ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਸਾਡੇ ਘਰ ਕਿਵੇਂ ਜੀ? ਤਾਈ ਜੀਤੋ ਅਤੇ ਸਰਪੰਚ ਨੇ ਉਸ ਨੂੰ ਸ਼ਹਿਰ ਜਾਣ ਬਾਰੇ ਸਾਰੀ ਗੱਲ ਦੱਸੀ, ਪਰ ਚਿੱਠੀ ਦਾ ਕੋਈ ਵੀ ਜ਼ਿਕਰ ਨਾ ਕੀਤਾ। ਉਹ ਸਭ ਗੱਲਾਂ ਸੁਣਨ ਤੋਂ ਬਾਅਦ ਹੈਰਾਨ ਹੋ ਗਈ। ਸਰਪੰਚ ਅਤੇ ਜੀਤੋ ਨੇ ਉਸ ਨੂੰ ਨਿਸ਼ਾ ਦੇ ਭਵਿੱਖ ਦਾ ਵਾਸਤਾ ਪਾ ਕੇ ਉਸ ਕੋਲੋਂ ਹਾਂ ਕਰਵਾ ਲਈ। ਸਰਪੰਚ, ਭੈਣੇ, ਅਸੀਂ ਤੈਨੂੰ ਅਗਲੇ ਮਹੀਨੇ ਵਿੱਚ ਸ਼ਹਿਰ ਛੱਡਾਂਗੇ ਅਤੇ ਨਿਸ਼ਾ ਦਾ ਦਾਖਲਾ ਵੀ ਵੱਡੇ ਸਕੂਲ ਕਰਵਾ ਦੇਵਾਂਗੇ। ਤੁਹਾਡਾ ਖੇਤ ਤੇ ਘਰ ਅਸੀਂ ਆਪੇ ਦੇਖ ਰੇਖ 'ਚ ਰੱਖ ਲਾਂਗੇ। ਕੁਝ ਹੋਰ ਗੱਲਾਂ ਕਰਨ ਤੋਂ ਬਾਅਦ ਉਹ ਆਪਣੇ ਘਰ ਵਾਪਸ ਚਲੇ ਗਏ। ਨਿਸ਼ਾ ਦੇ ਸਕੂਲੋਂ ਆਉਣ ਤੋਂ ਬਾਅਦ ਉਸ ਦੀ ਮਾਂ ਨੇ ਸਾਰੀ ਗੱਲ ਦੱਸੀ, ਜਿਸ ਨੂੰ ਸੁਣਦੇ ਹੀ ਉਹ ਬਹੁਤ ਖੁਸ਼ ਹੋਈ ਤੇ ਉਸ ਨੇ ਮਨ ਹੀ ਮਨ ਵਾਹਿਗੁਰੂ ਜੀ ਅਤੇ ਆਪਣੇ ਬਾਪੂ ਜੀ ਦਾ ਧੰਨਵਾਦ ਕਰਨ ਲੱਗੀ। ਅਗਲੀ ਸਵੇਰ ਸੁਖਜਿੰਦਰ ਬਹੁਤ ਜਲਦੀ ਉੱਠ ਗਈ ਤੇ ਸਾਰੇ ਘਰ ਨੂੰ ਨਿਹਾਰਦੀ ਰਹੀ ਅਤੇ ਨਿਸ਼ਾ ਦੇ ਬਾਪੂ ਨੂੰ ਯਾਦ ਕਰਦੀ ਰੋਂਦੀ ਰਹੀ। ਉਹ ਸਾਰੇ ਸਰਪੰਚ ਨਾਲ ਸ਼ਹਿਰ ਵੱਲ ਕੂਚ ਕਰਦੇ ਨੇ। ਇਸ ਘਟਨਾ ਨੇ ਨਿਸ਼ਾ ਦਾ ਵਾਹਿਗੁਰੂ ਜੀ ਪ੍ਰਤੀ ਵਿਸ਼ਵਾਸ ਹੋਰ ਵੀ ਗੂੜਾ ਕਰ ਦਿੱਤਾ। ਘੰਟਿਆਂ ਬੰਦੀ ਲੰਬਾ ਸਫ਼ਰ ਤੈਅ ਕਰਕੇ ਉਹ ਸ਼ਹਿਰ ਪਹੁੰਚੇ। ਉੱਚੀਆਂ ਉੱਚੀਆਂ ਇਮਾਰਤਾਂ ਅਤੇ ਸ਼ਹਿਰ ਦੇ ਭੀੜ ਭੜੱਕੇ ਨੇ ਉਸ ਦਾ ਮਨ ਮੋਹ ਲਿਆ। ਜਲਦੀ ਹੀ ਉਹ ਆਪਣੇ ਘਰ ਵੀ ਪਹੁੰਚ ਗਏ। ਪੱਕੀਆਂ ਇੱਟਾਂ ਵਾਲਾ ਘਰ ਵੇਖ ਕੇ ਸੁਖਜਿੰਦਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਅਗਲੇ ਦਿਨ ਨਿਸ਼ਾ ਸਰਪੰਚ ਨਾਲ ਦਾਖਲਾ ਲੈਣ ਚਲੀ ਗਈ। ਵੱਡਾ ਸਕੂਲ ਵੇਖ ਕੇ ਉਸ ਦਾ ਮਨ ਖੁਸ਼ ਹੋ ਗਿਆ।
ਸਰ ਨੇ ਉਸ ਨੂੰ ਕਿਤਾਬਾਂ ਅਤੇ ਸਕੂਲ ਵਾਸਤੇ ਨਵਾਂ ਬਸਤਾ ਵੀ ਦਿੱਤਾ। ਨਵੀਆਂ ਕਿਤਾਬਾਂ ਅਤੇ ਬਸਤਾ ਵੇਖ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਘਰ ਆਉਂਦੇ ਹੀ ਤਾਏ ਨੇ ਬੇਬੇ ਤੋਂ ਪਿੰਡ ਜਾਣ ਦੀ ਆਗਿਆ ਮੰਗੀ ਅਤੇ ਕਿਹਾ, ਜਦੋਂ ਜ਼ਰੂਰਤ ਹੋਰ ਪੈਸਿਆਂ ਦੀ ਲੋੜ ਪਵੇ ਤਾਂ ਕਹਿ ਦੇਣਾ, ਹੋਰ ਭੇਜ ਦੇਵਾਂਗਾ। ਆਪਣੇ ਪਿੰਡ ਵਾਲਾ ਡਾਕੀਆ ਅਕਸਰ ਸ਼ਹਿਰ ਆਉਂਦਾ ਜਾਂਦਾ ਰਹਿੰਦਾ ਹੈ। ਮੈਂ ਉਹਨੂੰ ਕਹੂੰ ਕਿ ਤੁਹਾਡੀ ਖੈਰ ਸੁੱਖ ਪੁੱਛ ਜਾਇਆ ਕਰੇ। ਨਾਲੇ ਜੇ ਕੋਈ ਕੰਮ ਹੋਵੇ ਤਾਂ ਤੁਸੀਂ ਆਉਂਦੇ ਹੱਥ ਸੁਨੇਹਾ ਲਾ ਦੇਣਾ। ਭੈਣ ਸ਼ਬਦ ਸੁਣ ਕੇ ਸੁਖਜਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸਨੇ ਸਰਪੰਚ ਨੂੰ ਸਦਾ ਲਈ ਆਪਣਾ ਵੀਰ ਬਣਾ ਲਿਆ। ਉਹਨਾਂ ਵਿੱਚ ਹੁਣ ਮੋਹ ਦੀ ਤੰਦ ਜੁੜ ਗਈ ਸੀ। ਅਗਲੀ ਸਵੇਰ ਨਿਸ਼ਾ ਨੂੰ ਸੁਖਜਿੰਦਰ ਨੇ ਜਲਦੀ ਉਠਾ ਦਿੱਤਾ ਕਿਉਂਕਿ ਉਸਨੇ ਸਕੂਲ ਜਾਣਾ ਸੀ। ਉਹ ਬੜੇ ਚਾਅ ਦੇ ਨਾਲ ਤਿਆਰ ਹੋਈ। ਨਵੇਂ ਸਕੂਲ ਦੇ ਪਹਿਲੇ ਦਿਨ ਦੀ ਸਵੇਰ ਉਸ ਵਿੱਚ ਉਤਸੁਕਤਾ ਭਰੀ ਸੀ। ਦੁਪਹਿਰ ਦੀ ਛੁੱਟੀ ਤੋਂ ਬਾਅਦ ਅਗਲਾ ਵਿਸ਼ਾ ਪੰਜਾਬੀ ਦਾ ਸੀ। ਕਲਾਸ ਸ਼ੁਰੂ ਹੁੰਦੇ ਹੀ ਮੈਡਮ ਨੇ ਬਾਪੂ ਉੱਤੇ ਲੇਖ ਲਿਖਣ ਨੂੰ ਕਿਹਾ। ਇਹ ਸੁਣ ਕੇ ਨਿਸ਼ਾ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਸਾਰੇ ਬੱਚਿਆਂ ਨੇ ਲੇਖ ਲਿਖਣਾ ਸ਼ੁਰੂ ਕੀਤਾ। ਉਸਨੇ ਬੜੇ ਭਰੇ ਮਨ ਨਾਲ ਲੇਖ ਲਿਖਣਾ ਸ਼ੁਰੂ ਕੀਤਾ। ਥੋੜੇ ਸਮੇਂ ਬਾਅਦ ਮੈਡਮ ਨੇ ਸਭ ਤੋਂ ਕਾਪੀਆਂ ਲੈ ਲਈਆਂ। ਹਰ ਬੱਚੇ ਦੀ ਕਾਪੀ ਵਾਰੀ ਸਿਰ ਚੈੱਕ ਹੋ ਰਹੀ ਸੀ। ਜਦੋਂ ਨਿਸ਼ਾ ਦੀ ਵਾਰੀ ਆਈ ਤਾਂ ਮੈਡਮ ਜਿਵੇਂ ਸੁੰਨ ਹੀ ਹੋ ਗਈ। ਉਸ ਦੀਆਂ ਅੱਖਾਂ ਵਿੱਚ ਪਾਣੀ ਸੀ ਪਰ ਉਸਨੇ ਜ਼ਾਹਿਰ ਨਾ ਹੋਣ ਦਿੱਤਾ। ਨਿਸ਼ਾ ਦੀ ਕਾਪੀ ਲੈ ਕੇ ਉਹ ਹੈੱਡ ਸਰ ਕੋਲ ਚਲੀ ਗਈ। ਪੰਜਾਬੀ ਦੀ ਮੈਡਮ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ। ਸਰ ਨੇ ਉਸ ਨੂੰ ਲੇਖ ਪੜ੍ਹ ਕੇ ਸੁਣਾਉਣ ਨੂੰ ਕਿਹਾ। ਪੰਜਾਬੀ ਵਾਲੀ ਮੈਡਮ ਲੇਖ ਪੜ੍ਹਨਾ ਸ਼ੁਰੂ ਕਰਦੀ ਹੈ। ਲੇਖ, ਮੇਰੇ ਬਾਪੂ ਦਾ ਨਾਮ ਜਗਰੂਪ ਸਿੰਘ ਹੈ। ਮੇਰਾ ਬਾਪੂ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਮੈਨੂੰ ਖਾਣ ਨੂੰ ਵੀ ਬੜਾ ਕੁਝ ਦਿੰਦਾ ਸੀ। ਮੇਰੀ ਬੇਬੇ ਨੂੰ ਮੇਰੇ ਬਾਪੂ ਉੱਤੇ ਪੂਰਾ ਮਾਣ ਸੀ। ਅਸੀਂ ਬੜੀ ਰਾਜੀ ਖੁਸ਼ੀ ਰਹਿੰਦੇ ਹੁੰਦੇ ਸਾਂ। ਪਰ ਹੁਣ ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ। ਪਤਾ ਨਹੀਂ ਵਾਹਿਗੁਰੂ ਜੀ ਨੇ ਮੇਰੇ ਬਾਪੂ ਨੂੰ ਆਪਣੇ ਕੋਲ ਕਿਉਂ ਸੱਦ ਲਿਆ। ਵਾਹਿਗੁਰੂ ਜੀ ਕਹਿੰਦੇ ਨੇ ਮੈਨੂੰ ਤੇਰੇ ਬਾਪੂ ਨਾਲ ਕੰਮ ਹੈ। ਪਰ ਮੈਂ ਜਦੋਂ ਕਦੀ ਉਦਾਸ ਹੁੰਦੀ ਹਾਂ ਤਾਂ ਬਾਪੂ ਨੂੰ ਯਾਦ ਕਰਕੇ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਜਦੋਂ ਵੀ ਮੇਰਾ ਬਾਪੂ ਮੇਰੇ ਸੁਪਨੇ ਵਿੱਚ ਆਵੇਗਾ ਮੈਂ ਆਪਣੇ ਬਾਪੂ ਨਾਲ ਢੇਰ ਸਾਰੀਆਂ ਗੱਲਾਂ ਕਰਾਂਗੀ ਅਤੇ ਉਹਨਾਂ ਨੂੰ ਦੱਸਾਂਗੀ ਕਿ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਮੈਡਮ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦੀ ਸੀ, ਮੇਥੋਂ ਲੇਖ ਨਹੀਂ ਲਿਖਿਆ ਜਾਣਾ ਪਰ ਫਿਰ ਤੁਸੀਂ ਗੁੱਸੇ ਹੋਣ ਲੱਗ ਜਾਣਾ ਸੀ। ਲੇਖ ਖਤਮ ਹੁੰਦਿਆਂ ਹੀ ਦੋਨਾਂ ਦੀਆਂ ਅੱਖਾਂ ਵਿੱਚ ਪਾਣੀ ਵਹਿ ਤੁਰਿਆ। ਉਹਨਾਂ ਨਿਸ਼ਾ ਨੂੰ ਬੁਲਾਇਆ ਅਤੇ ਆਖਣ ਲੱਗੇ, ਮਾਫ਼ ਕਰ ਦੇ ਬੇਟਾ। ਜਦ ਉਸਨੇ ਘਰ ਆ ਕੇ ਮਾਂ ਨੂੰ ਸਾਰੀ ਗੱਲ ਦੱਸੀ, ਬੇਬੇ ਆਖਣ ਲੱਗੀ, ਪੁੱਤ ਆਪ ਦਾ ਦੁੱਖ ਸਾਰਿਆਂ ਅੱਗੇ ਨਹੀਂ ਫਰੋਲੀਦਾ। ਇਹ ਸ਼ਹਿਰ ਹੈ, ਇੱਥੇ ਦੇ ਲੋਕ ਮਤਲਬੀ ਹੁੰਦੇ ਹਨ। ਪਰ ਉਸਨੇ ਬੇਬੇ ਨੂੰ ਕਿਹਾ, ਸਾਡੇ ਸਕੂਲ ਦੇ ਸਰ ਬਹੁਤ ਚੰਗੇ ਨੇ। ਫਿਰ ਦੋਨਾਂ ਰਲ ਕੇ ਰੋਟੀ ਖਾਧੀ ਅਤੇ ਗੱਲਾਂ ਵਿੱਚ ਰੁੱਝੇ ਗਏ। ਸ਼ਹਿਰ ਵਿੱਚ ਆਉਣ ਤੋਂ ਬਾਅਦ ਉਹਨਾਂ ਦਾ ਸਮਾਂ ਬੜਾ ਸੋਹਣਾ ਲੰਘ ਰਿਹਾ ਸੀ। ਹੌਲੀ ਹੌਲੀ ਸੁਖਜਿੰਦਰ ਦਾ ਚਿੱਤ ਵੀ ਲੱਗਣ ਲੱਗ ਪਿਆ। ਸਮਾਂ ਬੀਤਦਾ ਗਿਆ ਤੇ ਨਿਸ਼ਾ 12ਵੀਂ ਜਮਾਤ ਵਿੱਚੋਂ ਵੀ ਪਾਸ ਹੋ ਗਈ। ਤਾਇਆ ਸਰਪੰਚ ਉਸ ਦੀ ਜ਼ਮੀਨ ਦੀ ਆਮਦਨ ਹਰ ਸਾਲ ਉਸ ਨੂੰ ਘੱਲਦਾ ਰਿਹਾ। ਉਮਰ ਦੇ ਵਕਫੇ ਨਾਲ ਸੁਖਜਿੰਦਰ ਹੁਣ ਬੁੱਢੀ ਹੋ ਚੱਲੀ ਸੀ। ਉਸ ਨੂੰ ਹੁਣ ਨਿਸ਼ਾ ਦੇ ਵਿਆਹ ਦਾ ਫਿਕਰ ਸਤਾਉਣ ਲੱਗਾ। ਪਰ ਨਿਸ਼ਾ ਦੇ ਕਾਲਜ ਜਾਣ ਬਾਰੇ ਗੱਲ ਕੀਤੀ। ਬੜੀਆਂ ਮਿੰਨਤਾਂ ਬਾਅਦ ਉਸਨੇ ਮਾਂ ਨੂੰ ਮਨਾਇਆ। ਕਿੰਨੇ ਸਾਲ ਬੀਤਣ ਬਾਅਦ ਵੀ ਬਾਪੂ ਕਦੀ ਉਸ ਦੇ ਸੁਪਨੇ ਵਿੱਚ ਨਾ ਆਇਆ। ਸ਼ਾਇਦ ਕਿਤੇ ਉਹ ਵੀ ਬਾਪੂ ਨੂੰ ਭੁੱਲਦੀ ਜਾ ਰਹੀ ਸੀ। ਅਜਿਹੇ ਵਿਚਾਰ ਉਸ ਨੂੰ ਪਰੇਸ਼ਾਨ ਕਰ ਦਿੰਦੇ ਨੇ। ਪਰ ਕਾਲਜ ਜਾਣ ਦੀ ਉਮਰ ਅਤੇ ਨਵੀਂ ਜਵਾਨੀ ਵਿੱਚ ਨਿਸ਼ਾ ਦਾ ਨਖਰਾ ਅਤੇ ਹੰਕਾਰ ਵੱਧਦਾ ਜਾ ਰਿਹਾ ਸੀ। ਰੱਬ ਨੇ ਉਸ ਨੂੰ ਹੁਸਨ ਵੀ ਰੱਜ ਕੇ ਦਿੱਤਾ। ਜਵਾਨੀ ਨੇ, ਨਸ਼ੇ ਅਤੇ ਕਾਲਜ ਦੇ ਮਾਹੌਲ ਨੇ ਉਸ ਦੇ ਰੰਗ ਢੰਗ ਬਦਲ ਦਿੱਤੇ। ਹੁਣ ਉਹ ਬੇਬੇ ਨੂੰ ਟਿੱਚ ਜਾਣਦੀ ਸੀ। ਕਾਲਜ ਦੇ ਵਿੱਚ ਖੁੱਲ੍ਹਾ ਮਾਹੌਲ ਹੋਣ ਕਰਕੇ ਉਸ ਦੀ ਦੋਸਤੀ ਉਸ ਦੇ ਹਾਣ ਦੇ ਮੁੰਡੇ ਨਾਲ ਹੋ ਗਈ। ਉਸ ਦਾ ਨਾਂ ਗੁਰਪ੍ਰੀਤ ਸੀ ਅਤੇ ਵੇਖਣ ਵਿੱਚ ਬਹੁਤ ਹੀ ਸੋਹਣਾ ਸੁਨੱਖਾ ਮੁੰਡਾ ਸੀ। ਉਸ ਨੇ ਉਸ ਨੂੰ ਇੱਕ ਨਵਾਂ ਮੋਬਾਈਲ ਗਿਫਟ ਕੀਤਾ। ਰਾਤ ਨੂੰ ਦੇਰ ਤੱਕ ਗੱਲਾਂ ਕਰਨੀਆਂ। ਮਾਂ ਤੋਂ ਚੋਰੀ ਛਿਪੇ ਇਹ ਕੰਮ ਚੱਲਦਾ ਰਿਹਾ। ਪਰ ਉਸ ਦੀ ਮਾਂ ਨੂੰ ਉਸ ਦੀਆਂ ਇਹਨਾਂ ਹਰਕਤਾਂ ਦਾ ਪਤਾ ਸੀ। ਪਹਿਲਾਂ ਤਾਂ ਉਹ ਕੁਝ ਨਹੀਂ ਬੋਲੀ। ਫਿਰ ਇੱਕ ਦਿਨ ਆਖਣ ਲੱਗੀ, ਪੁੱਤ, ਇੱਜ਼ਤ ਦਾ ਮਾਂ ਬਾਪ ਦਾ ਗਹਿਣਾ ਹੁੰਦਾ ਹੈ
ਆਪਣੀ ਪੱਤ ਰੋਲਣ ਤੋਂ ਪਹਿਲਾਂ ਆਪਣੇ ਬਾਪੂ ਵੱਲ ਨਿਗਾਹ ਮਾਰ ਲਵੀਂ। ਜਵਾਨੀ ਅਤੇ ਇਸ਼ਕ ਵਿੱਚ ਅੰਨੀ ਹੋਈ ਨੇ ਉਸਨੇ ਬੇਬੇ ਨੂੰ ਆਕੜ ਕੇ ਜਵਾਬ ਦਿੱਤਾ, ਕੁਝ ਨਹੀਂ ਹੁੰਦਾ ਮੈਨੂੰ, ਨਾਲੇ ਮੈਂ ਹੁਣ ਵੱਡੀ ਹੋ ਗਈ ਹਾਂ, ਮੇਰੇ ਚੰਗੇ ਬੁਰੇ ਦੀ ਸਮਝ ਹੈ। ਬਹੁਤਾ ਭਾਸ਼ਣ ਨਾ ਝਾੜਿਆ ਕਰ। ਇੰਨਾ ਕਹਿੰਦੀ ਹੋਈ ਉਹ ਗੁੱਸੇ ਨਾਲ ਕਮਰੇ ਵਿੱਚੋਂ ਬਾਹਰ ਨਿਕਲ ਗਈ। ਇਸ ਕਰਕੇ ਉਹ ਹੁਣ ਗੁਰਬਾਣੀ ਤੋਂ ਵੀ ਦੂਰ ਹੋਣ ਲੱਗੀ ਸੀ। ਫਿਰ ਇੱਕ ਦਿਨ ਗੁਰਪ੍ਰੀਤ ਦਾ ਫੋਨ ਆਇਆ, ਨਿਸ਼ਾ ਅੱਜ ਸ਼ਾਮ ਨੂੰ ਘਰ ਆ ਜਾਈਂ, ਮੰਮੀ ਡੈਡੀ ਘਰ ਨਹੀਂ ਹਨ, ਆਪਾਂ ਪਾਰਟੀ ਕਰਾਂਗੇ ਅਤੇ ਇੰਜੋਏ ਵੀ ਕਰਾਂਗੇ। ਉਹ ਇਸ਼ਕ ਅਤੇ ਹਵਸ ਵਿੱਚ ਅੰਨੀ ਹੋਈ ਗੁਰਪ੍ਰੀਤ ਨੂੰ ਉਸੇ ਵੇਲੇ ਹਾਂ ਕਰ ਦਿੱਤੀ। ਮਾਂ ਨੂੰ ਬਹਾਨਾ ਮਾਰਦੀ ਹੋਈ ਕਿ ਅੱਜ ਮੇਰੀ ਸਹੇਲੀ ਦਾ ਵਿਆਹ ਹੈ, ਮੈਂ ਕੱਲ ਸਵੇਰੇ ਘਰ ਪਰਤਾਂਗੀ। ਉਹ ਥੋੜਾ ਜ਼ਰੂਰੀ ਸਮਾਨ ਚੁੱਕ ਕੇ ਘਰੋਂ ਬਾਹਰ ਨਿਕਲ ਗਈ। ਬਾਹਰ ਚੌਂਕ ਵਿੱਚ ਗੁਰਪ੍ਰੀਤ ਕਾਰ ਵਿੱਚ ਉਸ ਦੀ ਵੇਟ ਕਰ ਰਿਹਾ ਸੀ। ਉਹ ਖੁਸ਼ੀ-ਖੁਸ਼ੀ ਕਾਰ ਵਿੱਚ ਬੈਠਣ ਗਈ। ਫਿਰ ਉਹ ਸਿਨੇਮਾ ਹਾਲ ਵਿੱਚ ਫਿਲਮ ਦੇਖਣ ਚਲੇ ਗਏ। ਰਾਤ ਨੂੰ ਉਹ ਲੇਟ ਹੋ ਗਏ ਤੇ ਗੁਰਪ੍ਰੀਤ ਨੇ ਮੈਡੀਕਲ ਸਟੋਰ ਤੇ ਗੱਡੀ ਰੋਕ ਕੇ ਉਸ ਨੂੰ ਕੁਝ ਦਵਾਈ ਲੈਣ ਬਾਰੇ ਕਿਹਾ। ਉਹ ਸ਼ਾਇਦ ਅਣਜਾਣ ਬਣ ਕੇ ਸਭ ਕੁਝ ਦੇਖਦੀ ਰਹੀ ਸੀ। ਸ਼ਾਇਦ ਹਵਸ ਉਸ ਦੀ ਜ਼ਿੰਦਗੀ ਤੇ ਤਜੁਰਬੇ ਉੱਤੇ ਹਾਵੀ ਹੋ ਰਹੀ ਸੀ। ਗੁਰਪ੍ਰੀਤ ਦੇ ਘਰ ਪਹੁੰਚਣ ਤੇ ਉਸ ਨੂੰ ਆਖਣ ਲੱਗਾ, ਨਿਸ਼ਾ ਤੂੰ ਥੋੜੀ ਦੇਰ ਆਰਾਮ ਕਰ, ਮੈਂ ਹੁਣੇ ਨਹਾ ਕੇ ਵਾਪਸ ਆਉਂਦਾ ਹਾਂ। ਗੁਰਪ੍ਰੀਤ ਦੀ ਵੇਟ ਕਰਦੀ ਦੀ ਉਸ ਦੀ ਪਤਾ ਨਹੀਂ ਕਦੋਂ ਅੱਖ ਲੱਗ ਗਈ ਅਤੇ ਉਹ ਸੌ ਗਈ। ਉਸ ਸ਼ਾਮ ਬਾਪੂ ਜੀ ਉਸ ਦੇ ਸੁਪਨੇ ਵਿੱਚ ਆਏ। ਪੁੱਛਣ ਲੱਗੇ, ਕੀ ਹਾਲ ਹੈ ਬੱਚੇ, ਠੀਕ ਹੈ ਮੇਰਾ ਪੁੱਤ? ਜੀ ਬਾਪੂ ਜੀ। ਨਿਸ਼ਾ ਮੈਂ ਠੀਕ ਹਾਂ ਨੇ ਬਾਪੂ ਜੀ। ਹੁਣ ਮੇਰਾ ਪੁੱਤ ਵੱਡਾ ਹੋ ਗਿਆ, ਆਪਣੀ ਮਰਜ਼ੀ ਦਾ ਮਾਲਕ ਹੋ ਗਿਆ, ਮਾਂ ਨੂੰ ਵੀ ਕੁਝ ਨਹੀਂ ਜਾਣਦਾ, ਸ਼ਹਿਰ ਜੋ ਆ ਗਿਆ, ਇਹ ਹੁਣ ਜੀਵਨ ਦਾ ਰੰਗ ਢੰਗ ਬਦਲਣਾ ਹੀ ਸੀ। ਬਾਪੂ ਜੀ ਦੀਆਂ ਇਹਨਾਂ ਗੱਲਾਂ ਨੇ ਉਸ ਦੀ ਰੂਹ ਕੰਬਣ ਲਾ ਦਿੱਤੀ। ਉਹ ਰੋਂਦੇ ਰੋਂਦੇ ਬਾਪੂ ਜੀ ਤੋਂ ਹੋਈ ਗਲਤੀ ਲਈ ਮਾਫੀ ਮੰਗਣ ਲੱਗੀ। ਬਾਪੂ, ਨਿਸ਼ਾ ਪੁੱਤ ਕਿਹੜੇ ਰਾਹਾਂ ਤੇ ਤੁਰ ਪਿਆ ਏ? ਸ਼ਾਇਦ ਸਾਡੇ ਪਿਆਰ ਵਿੱਚ ਕਮੀ ਰਹਿ ਗਈ ਹੋਵੇਗੀ ਜਿਹੜਾ ਤੂੰ ਇਹਨਾਂ ਰਾਹਾਂ ਤੇ ਤੁਰ ਪਈ ਹੈ। ਗੱਲ ਕਰਦੇ ਕਰਦੇ ਬਾਪੂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸਨੇ ਬਾਪੂ ਜੀ ਤੋਂ ਮਾਫੀ ਮੰਗੀ ਅਤੇ ਅੱਗੇ ਤੋਂ ਕੋਈ ਵੀ ਗਲਤ ਕੰਮ ਨਾ ਕਰਨ ਦੀ ਗੱਲ ਕਹੀ। ਇੰਨਾ ਸੁਣਦੇ ਹੀ ਬਾਪੂ ਜੀ ਨੇ ਉਸ ਨੂੰ ਗਲਵੱਕੜੀ ਵਿੱਚ ਲੈ ਲਿਆ। ਉਸ ਨੇ ਨਾਰਾਜ਼ਗੀ ਭਰੇ ਸ਼ਬਦਾਂ ਵਿੱਚ ਬਾਪੂ ਜੀ ਨੂੰ ਕਿਹਾ, ਕੀ ਗੱਲ ਬਾਪੂ ਜੀ, ਇੰਨੇ ਸਾਲ ਸਾਡੀ ਯਾਦ ਨਹੀਂ ਆਈ ਤੁਹਾਨੂੰ? ਨਹੀਂ ਪੁੱਤ, ਇਹ ਗੱਲ ਨਹੀਂ ਹੈ, ਵਾਹਿਗੁਰੂ ਜੀ ਨੇ ਜ਼ਿੰਮੇਵਾਰੀ ਭਾਰੀ ਲਾਈ ਹੈ ਮੇਰੇ ਤੇ। ਉਹ ਅਜੇ ਬਾਪੂ ਨਾਲ ਗੱਲਾਂ ਕਰ ਹੀ ਰਹੀ ਸੀ ਕਿ ਅਚਾਨਕ ਬਾਪੂ ਜੀ ਕਹਿੰਦੇ, ਪੁੱਤ ਹੁਣ ਮੈਂ ਚੱਲਦਾ ਹਾਂ, ਫਿਰ ਮਿਲਾਂਗੇ, ਮਾਂ ਨੂੰ ਸਤਿ ਸ਼੍ਰੀ ਅਕਾਲ ਕਹਿ, ਕੋਈ ਐਸਾ ਕੰਮ ਨਾ ਕਰੀ ਮੇਰਾ ਪੁੱਤ ਜਿਸ ਨਾਲ ਮੇਰੀ ਪੱਗ ਨੂੰ ਦਾਗ ਲੱਗੇ। ਇੰਨਾ ਕਹਿੰਦੇ ਹੋਏ ਬਾਪੂ ਜੀ ਅਦ੍ਰਿਸ਼ ਹੋ ਗਏ ਅਤੇ ਤੇ ਉਸ ਦੀ ਜਾਗ ਖੁੱਲ ਗਈ। ਅੱਖਾਂ ਖੁੱਲਦੇ ਹੀ ਮੇਰੇ ਚਿਹਰੇ ਉੱਤੇ ਪਸੀਨਾ ਸੀ। ਦਿਲ ਦੇ ਵਿੱਚ ਇੱਕ ਅਜੀਬ ਜਿਹਾ ਡਰ ਅਤੇ ਬਾਪੂ ਜੀ ਨੂੰ ਸੁਪਨੇ ਵਿੱਚ ਮਿਲਣ ਦੀ ਖੁਸ਼ੀ ਮੇਰੇ ਚਿਹਰੇ ਉੱਤੇ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ। ਉਹ ਹੁਣ ਕਿਸੇ ਵੀ ਤਰ੍ਹਾਂ ਉੱਥੋਂ ਜਾਣਾ ਚਾਹੁੰਦੀ ਸੀ। ਅਚਾਨਕ ਗੁਰਪ੍ਰੀਤ ਦੇ ਡੈਡੀ ਦਾ ਫੋਨ ਆਉਂਦਾ ਹੈ ਕਿ ਉਹ ਅੱਧੇ ਘੰਟੇ ਤੱਕ ਘਰ ਆ ਰਹੇ ਹਨ। ਇੱਕ ਪਲ ਉਸ ਨੂੰ ਏਦਾਂ ਲੱਗਿਆ ਜਿਵੇਂ ਵਾਹਿਗੁਰੂ ਜੀ ਨੇ ਉਸ ਦੀ ਅੱਗੇ ਹੋ ਕੇ ਸੁਣ ਲਈ। ਉਹ ਉਸ ਦੇ ਘਰੋਂ ਵਾਪਸ ਆ ਗਈ। ਆਉਂਦਿਆਂ ਹੀ ਮਾਂ ਨੂੰ ਸਵਾਲ ਜਵਾਬ ਕਰਨ ਲੱਗੀ, ਕੀ ਗੱਲ ਪੁੱਤ, ਜਲਦੀ ਆ ਗਿਆ, ਤੂੰ ਰਾਤ ਰੁਕਣਾ ਸੀ ਆਪਣੀ ਸਹੇਲੀ ਘਰ? ਨਹੀਂ, ਮੈਂ ਬਸ ਵੈਸੇ ਹੀ ਮਨ ਨਹੀਂ ਕੀਤਾ ਰੁਕਣ ਦਾ। ਇੰਨਾ ਕਹਿੰਦੇ ਹੀ ਅੱਖਾਂ ਦਾ ਪਾਣੀ ਵਹਿ ਤੁਰਿਆ ਅਤੇ ਉਸਨੇ ਰੋਂਦੀ ਹੋਈ ਨੇ ਮਾਂ ਨੂੰ ਸਾਰੀ ਗੱਲ ਦੱਸੀ। ਉਸ ਦੀਆਂ ਗੱਲਾਂ ਸੁਣ ਕੇ ਸੁਖਜਿੰਦਰ ਡਿੱਗਦੀ ਡਿੱਗਦੀ ਬਚੀ। ਪੁੱਤ ਮੇਰੇ ਵੱਲ ਹੀ ਦੇਖ ਲਾ, ਤੇਰੇ ਪਿਓ ਦੇ ਜਾਣ ਤੋਂ ਬਾਅਦ ਆਪਣੇ ਚਾਅ ਦਾ ਵੀ ਪੰਡ ਵੀ ਮੈਂ ਉਸ ਦਿਨ ਹੀ ਉਸੇ ਦੇ ਨਾਲ ਜਲਾ ਦਿੱਤੀ ਸੀ। ਚੜ੍ਹਦੀ ਜਵਾਨੀ ਦਾ ਤੇ ਵਿਧਵਾ ਔਰਤ ਦਾ ਸਬਰ ਇਹ ਦੁਨੀਆ ਜ਼ਰੂਰ ਦੇਖਦੀ ਹੈ। ਆਪਣੀ ਮਾਂ ਵੱਲ ਹੀ ਦੇਖ ਲਾ, ਤੇਰੇ ਸਹਾਰੇ ਸਾਰੀ ਉਮਰ ਹੀ ਸਬਰ ਨਾਲ ਕੱਢ ਗਈ ਤੇ ਤੇਰੇ ਤੋਂ ਜਵਾਨੀ ਹੀ ਸਬਰ ਨਾਲ ਸੰਭਾਲੀ ਜਾ ਰਹੀ। ਨਿਸ਼ਾ ਮਾਫ਼ ਕਰ ਦੇ ਮਾਂ, ਰੋਂਦੇ ਹੋਏ ਆ ਹੰਝੂ ਦੇਖ ਕੇ ਹੀ ਤਾਂ ਮਾਪੇ ਪਿਘਲ ਜਾਂਦੇ ਨੇ। ਹੁਣ ਉਹ ਪਹਿਲਾਂ ਵਾਲੀ ਨਿਸ਼ਾ ਨਾ ਰਹੀ। ਰੋਜ਼ਾਨਾ ਦੀ ਤਰ੍ਹਾਂ ਹਰ ਰੋਜ਼ ਕਾਲਜ ਜਾਣਾ। ਗੁਰਪ੍ਰੀਤ ਨਾਲ ਕੋਈ ਗੱਲ ਨਾ ਕਰਦੀ, ਪਰ ਉਸ ਦੀ ਮਾਂ ਨੂੰ ਇਸ ਘਟਨਾ ਦਾ ਬਹੁਤ ਅਫਸੋਸ ਹੋਇਆ। ਬੇਬੇ ਸਾਰੀ ਗੱਲ ਦਿਲ ਨੂੰ ਲਾ ਬੈਠੀ ਅਤੇ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆ ਗਈ ਤੇ ਅਖੀਰ ਦੁਨੀਆ ਛੱਡ ਗਈ। ਬੇਬੇ ਦੇ ਜਾਣ ਮਗਰੋਂ ਤਾਇਆ ਸਰਪੰਚ ਉਸ ਦੇ ਘਰ ਮਿਲਣ ਵਾਸਤੇ ਆਇਆ।
ਪੁੱਤ ਨਿਸ਼ਾ, ਤੂੰ ਹੁਣ ਸ਼ਹਿਰ ਇਕੱਲੀ ਹੈ। ਜੇ ਤੂੰ ਆਖੇ ਤਾਂ ਮੈਂ ਤੈਨੂੰ ਆਪਣੇ ਨਾਲ ਪਿੰਡ ਲੈ ਚੱਲਦਾ। ਨਿਸ਼ਾ, ਤਾਇਆ ਜੀ ਨਹੀਂ, ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨ ਲਈ ਸ਼ਹਿਰ ਵਿੱਚ ਹੀ ਕੰਮ ਲੱਭ ਲੈਣਾ। ਮੇਰੀ 15 ਜਮਾਤਾਂ ਦੀ ਪੜ੍ਹਾਈ ਵੀ ਪੂਰੀ ਹੋ ਗਈ। ਤਾਏ ਨੇ ਮੈਨੂੰ ਆਪਣੇ ਇੱਕ ਦੋਸਤ ਕੋਲ ਕੰਮ ਤੇ ਲਗਵਾ ਦਿੱਤਾ। ਵਕੀਲ ਸਾਹਿਬ ਇੱਕ ਦਿਨ ਨਿਸ਼ਾ ਨੂੰ ਆਖਣ ਲੱਗੇ, ਪੁੱਤ ਤੇਰੀਆਂ 15 ਜਮਾਤਾਂ ਦੀ ਪੜ੍ਹਾਈ ਪੂਰੀ ਹੋ ਗਈ ਹੈ, ਹੁਣ ਤੂੰ ਵਕਾਲਤ ਦੀ ਪੜ੍ਹਾਈ ਪੂਰੀ ਕਰ। ਨਿਸ਼ਾ, ਪਰ ਮੇਰੇ ਕੋਲ ਤਾਂ ਵਕਾਲਤ ਦੀ ਪੜ੍ਹਾਈ ਲਈ ਖਰਚਾ ਨਹੀਂ ਹੈ, ਆਖਦੀ ਹੋਈ ਉਸਨੇ ਜਵਾਬ ਦਿੱਤਾ। ਵਕੀਲ ਅੰਕਲ, ਪੁੱਤ ਤੇਰੇ ਪੈਸੇ ਮੈਂ ਖਰਚ ਦਿਨਾ, ਜਦੋਂ ਕਮਾਈ ਕਰੇਂਗੀ ਵਾਪਸ ਮੋੜ ਦੇਣਾ। ਵਾਹਿਗੁਰੂ ਜੀ ਦੇ ਆਸ਼ੀਰਵਾਦ ਸਦਕਾ ਉਸ ਨੂੰ ਵਕਾਲਤ ਵਿੱਚ ਦਾਖਲਾ ਮਿਲ ਗਿਆ। ਵਕਾਲਤ ਦੀ ਪੜ੍ਹਾਈ ਦੇ ਨਾਲ ਨਾਲ ਉਸ ਦਾ ਵਕੀਲ ਸਾਹਿਬ ਕੋਲ ਨੌਕਰੀ ਵੀ ਕਰਨ ਸਮਾਂ ਬੀਤਦਾ ਗਿਆ। ਇੱਕ ਦਿਨ ਵਕੀਲ ਸਾਹਿਬ ਆਖਣ ਲੱਗੇ, ਨਿਸ਼ਾ ਪੁੱਤ, ਤੂੰ ਸਿਆਣੀ ਤੇ ਸਮਝਦਾਰ ਹੈ, ਮੇਰੀਆਂ ਧੀਆਂ ਵਰਗੀ ਹੈ। ਅਗਲੇ ਮਹੀਨੇ ਤੇਰੀ ਵਕਾਲਤ ਦੀ ਪੜ੍ਹਾਈ ਖਤਮ ਹੋਣੀ ਹੈ। ਜੀ ਅੰਕਲ ਜੀ। ਹਾਂ, ਆਪਾਂ ਇਕੱਠਿਆਂ ਨੇ ਤਾਈ ਨੂੰ ਮਿਲਣ ਜਾਣਾ ਪਿੰਡ। ਨਿਸ਼ਾ, ਕੱਲ ਨੂੰ? ਠੀਕ ਅੰਕਲ ਜੀ, ਜਿੱਦਾਂ ਤੁਸੀਂ ਕਹੋ। ਅਗਲੇ ਦਿਨ ਉਹ ਅਤੇ ਵਕੀਲ ਸਾਹਿਬ ਸਰਪੰਚ ਜੀ ਨੂੰ ਮਿਲਣ ਪਿੰਡ ਵਗ ਗਏ। ਉਸ ਨੇ ਜਾਂਦਿਆਂ ਸਰਪੰਚ ਤਾਏ ਨੂੰ ਗਲਵੱਕੜੀ ਪਾ ਲਈ। ਆ ਮੇਰਾ ਬੱਚਾ ਪੁੱਤ, ਅੱਜ ਸਾਡੇ ਵਿਹੜੇ ਖੁਸ਼ੀਆਂ ਆ ਗਈਆਂ। ਦੋਵੇਂ ਆਪਸ ਵਿੱਚ ਗੱਲਾਂ ਕਰ ਦਿੰਦੇ ਹਨ। ਵਕੀਲ, ਸਰਪੰਚ ਤੇਰੇ ਨਾਲ ਅੱਜ ਇੱਕ ਗੱਲ ਕਰਨ ਆਇਆ ਹਾਂ। ਸਰਪੰਚ, ਕੀ ਮਦਦ ਕਰ ਸਕਦਾ? ਵਕੀਲ, ਯਾਰ ਸਰਪੰਚ, ਮੇਰਾ ਪੁੱਤ ਵਕਾਲਤ ਕਰ ਰਿਹਾ ਹੈ ਅਤੇ ਨਿਸ਼ਾ ਵੀ ਵਕਾਲਤ ਕਰ ਰਹੀ ਹੈ। ਉਹ ਬਹੁਤ ਉਦਾਸ ਰਹਿੰਦਾ ਹੈ, ਕਿਤੇ ਟੁੱਟੇ ਦਿਲ ਦਾ ਮਾਮਲਾ ਜਾਪਦਾ ਹੈ ਮੈਨੂੰ। ਜੇ ਤੂੰ ਕਹੇ ਤਾਂ ਮੈਂ ਨਿਸ਼ਾ ਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦਾ ਹਾਂ। ਜਦੋਂ ਗ੍ਰਹਿਸਤੀ ਦਾ ਬੋਝ ਪਵੇਗਾ ਆਪੇ ਠੀਕ ਹੋ ਜਾਣਾ ਮੁੰਡੇ ਨੇ। ਸਰਪੰਚ, ਦੇਖ ਲਈ ਵਕੀਲਾ, ਗੱਲ ਤਾਂ ਤੇਰੀ ਠੀਕ ਹੈ, ਰਿਸ਼ਤਾ ਤਾਂ ਬਣ ਸਕਦਾ ਹੈ, ਪਰ ਵਿਚਾਰੀ ਨਿਸ਼ਾ ਕਰਮਾਂ ਦੀ ਮਾਰੀ ਹੈ। ਖਿਡੌਣਿਆਂ ਨਾਲ ਖੇਡਣ ਦੀ ਉਮਰ ਵਿੱਚ ਬਾਪ ਤੁਰ ਗਿਆ, ਜਵਾਨੀ ਉਮਰੇ ਮਾਂ ਤੁਰ ਗਈ, ਦਿਲ ਵਿੱਚ ਬੜੇ ਗਮ ਰੱਖੀ ਬੈਠੀ ਹੈ। ਤੂੰ ਨਹੀਂ ਜਾਣਦਾ, ਉਹਨੂੰ ਉਮਰਾਂ ਨਾਲ ਸਿਆਣੀ ਨਹੀਂ ਹੋਈ, ਵਕਤ ਦੀ ਗੁੱਝੀ ਮਾਰ ਨੇ ਸਿਆਣਾ ਕਰ ਦਿੱਤਾ ਹੈ। ਵਕੀਲ ਅਤੇ ਸਰਪੰਚ ਅਗਲੇ ਕਮਰੇ ਵਿੱਚ ਚਲੇ ਗਏ। ਲੱਕੜ ਦੀ ਪੇਟੀ ਦਾ ਜ਼ਿਕਰ ਖੋਲ੍ਹ ਚਿੱਠੀ ਨੂੰ ਵਕੀਲ ਮੋਹਰੇ ਧਰ ਦਿੱਤਾ। ਸਰਪੰਚ ਨੇ ਚਿੱਠੀ ਪੜ੍ਹਦੇ ਹੀ ਵਕੀਲ ਸਾਹਿਬ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਆਖਣ ਲੱਗੇ, ਸੱਚੀ ਸਿਦਕਵਾਨ ਹੈ। ਬਾਹਰੋਂ ਨਿਸ਼ਾ ਦੀ ਆਵਾਜ਼ ਆਉਂਦੀ ਹੈ, ਤਾਇਆ ਜੀ ਆ ਜਾਓ, ਠੰਡਾ ਸ਼ਰਬਤ ਲੈ ਕੇ ਆਈ ਹਾਂ। ਚਿੱਠੀ ਵਾਪਸ ਰੱਖ ਕੇ ਦੋਵੇਂ ਜਾਣੇ ਬਾਹਰ ਆ ਗਏ। ਜਾ ਬੱਚੇ ਨੂੰ ਪੁੱਤ ਤਾਈ ਦੇ ਕੰਮ ਵਿੱਚ ਹੱਥ ਵਟਾ ਦੇ। ਹੁਣ ਸਭ ਕੁਝ ਤੂੰ ਦੇਖ ਤਾਂ ਲਿਆ ਹੈ, ਬਾਕੀ ਤੇਰੀ ਮਰਜ਼ੀ ਆ। ਵਕੀਲਾ, ਸਰਪੰਚ ਤੂੰ ਮੋਹਰ ਲਾ ਰਿਸ਼ਤੇ ਤੇ। ਸਰਪੰਚ ਜਾ ਕੇ ਸਾਰੀ ਗੱਲਬਾਤ ਨਿਸ਼ਾ ਨਾਲ ਕਰਦਾ ਹੈ ਤੇ ਉਹ ਮੋਹਰੇ ਤੋਂ ਆਖਦੀ ਹੈ, ਜੋ ਤੁਸੀਂ ਕਰ ਦੇਣਾ ਹੈ ਉਹ ਮੈਨੂੰ ਮਨਜ਼ੂਰ ਹੋਵੇਗਾ। ਬਸ ਨਿਸ਼ਾ ਦੀ ਇਸ ਗੱਲ ਨਾਲ ਉਸ ਦਾ ਰਿਸ਼ਤਾ ਵੀ ਪੱਕਾ ਹੋ ਜਾਂਦਾ ਹੈ। ਉਸ ਦਾ ਸਾਕ ਪੱਕਾ ਕਰ ਦਿੱਤਾ ਤੇ ਵਕੀਲ ਦੇ ਮੁੰਡੇ ਨਾਲ ਆਉਂਦੀ ਸੰਗਰਾਂਦ ਉਸ ਦਾ ਵਿਆਹ ਵੀ ਕਰ ਦੇਣ ਦਾ ਮੱਤਾ ਕੀਤਾ ਗਿਆ। ਤਾਇਆ ਜੇਬ ਵਿੱਚੋਂ 11 ਰੁਪਏ ਕੱਢਦਾ ਵਕੀਲ ਦੇ ਹੱਥ ਉੱਤੇ ਧਰਦਾ ਹੈ ਤੇ ਕਹਿੰਦਾ, ਹੋ ਗਿਆ ਮੁੰਡਾ ਅੱਜ ਤੋਂ ਸਾਡਾ। ਨਿਸ਼ਾ ਨੇ ਤਾਏ ਦੀ ਇੱਜ਼ਤ ਖਾਤਰ ਬਿਨਾਂ ਵੇਖੇ ਰਿਸ਼ਤੇ ਲਈ ਹਾਂ ਕਰ ਦਿੱਤੀ, ਪਰ ਮਨ ਦੀਆਂ ਉਲਝਣਾਂ ਮੁੰਡੇ ਪ੍ਰਤੀ ਤਰ੍ਹਾਂ ਤਰ੍ਹਾਂ ਦੇ ਚਿੱਤਰ ਬਣਾਉਂਦੀਆਂ ਸਨ। ਸੋਚਾਂ ਵਿੱਚ ਡੁੱਬੀ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹੈ। ਵਿਆਹ ਵਿੱਚ ਸਮਾਂ 10 ਦਿਨ ਰਹਿੰਦਾ ਸੀ। ਤਾਇਆ ਸਰਪੰਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਦੇ ਵਿੱਚ ਜੁਟ ਗਿਆ। ਤਾਏ ਵੱਲ ਵੇਖ ਕੇ ਸੋਚਣ ਲੱਗੀ, ਅੱਜ ਮੇਰਾ ਬਾਪੂ ਬੈਠਾ ਹੁੰਦਾ, ਉਹ ਵੀ ਏਦਾਂ ਭੱਜ ਨੱਠ ਕਰਦਾ ਮੇਰੇ ਲਈ। ਖਿਆਲਾਂ ਦੇ ਪਰਿੰਦੇ ਉੱਡ ਕੇ ਗੱਲਾਂ ਕਰ ਰਹੇ ਸਨ, ਪਰ ਤਾਈ ਦੀ ਹਾਕ ਨੇ ਖਿਆਲਾਂ ਨੂੰ ਸੰਨ ਲਾ ਦਿੱਤੀ। ਪੁੱਤ ਨਿਸ਼ਾ, ਦੇਖ ਤੇਰੇ ਲਈ ਸ਼ਹਿਰੋਂ ਸੂਟ ਲਿਆਈ ਆ, ਚੰਗੇ ਲੱਗਦੇ ਆ ਜਾਂ ਨਹੀਂ ਦੱਸ। ਪਾ ਕੇ ਸੂਟ ਤੱਕਦੀ ਹੋਈ ਮੈਂ ਆਖਿਆ, ਤਾਈ ਬਹੁਤ ਸੋਹਣੇ ਨੇ, ਤੁਸੀਂ ਮੇਰੇ ਵਾਸਤੇ ਮਾੜੀ ਚੀਜ਼ ਕਿੱਦਾਂ ਲਿਆ ਸਕਦੇ ਹੋ। ਪਿੰਡ ਦੇ ਸਾਰੇ ਬੰਦੇ ਉਸ ਦੇ ਵਿਆਹ ਵਿੱਚ ਸ਼ਰੀਕ ਹੋਣ ਲਈ ਆਏ। ਉਸ ਦਿਨ ਉਸ ਨੇ ਬਾਪੂ ਜੀ, ਬੇਬੇ ਜੀ ਅਤੇ ਵਾਹਿਗੁਰੂ ਜੀ ਨੂੰ ਬਹੁਤ ਯਾਦ ਕੀਤਾ। ਬਰਾਤ ਆਉਂਦਿਆਂ ਹੀ ਉਸ ਨੂੰ ਬਾਪੂ ਜੀ ਦੀ ਬਹੁਤ ਯਾਦ ਆਈ। ਦਿਲ ਇਹੋ ਸੋਚਦਾ ਸੀ ਕਿ ਕਿਤੇ ਅੱਜ ਬਾਪੂ ਬੈਠਾ ਹੁੰਦਾ ਤਾਂ ਬੜੇ ਚਾਵਾਂ ਨਾਲ ਮੈਨੂੰ ਵਿਦਾ ਕਰਦਾ। ਆਨੰਦ ਕਾਰਜ ਤੋਂ ਬਾਅਦ ਤੱਕ ਵੀ ਉਹ ਮੁੰਡੇ ਦੀ ਸ਼ਕਲ ਨਾ ਵੇਖ ਪਾਈ। ਉਤਸੁਕਤਾ ਅਤੇ ਬੇਚੈਨੀ ਵੱਧਦੀ ਜਾ ਰਹੀ ਸੀ। ਸਿਰਫ ਚਾਹ ਪੀ ਕੇ ਹੀ ਬਰਾਤ ਨੇ ਚਲੇ ਜਾਣਾ ਸੀ। ਮੈਂ ਤਾਏ
ਕਰਕੇ ਮੁੰਡੇ ਦੀ ਫੋਟੋ ਦੀ ਕੋਈ ਮੰਗ ਨਹੀਂ ਕੀਤੀ ਸੀ, ਪਰ ਆਪਣੇ ਵਿਆਹ 'ਤੇ ਹੀ ਉਸ ਦੀ ਝਲਕ ਦੇਖਣੀ ਨਸੀਬ ਨਹੀਂ ਹੋ ਰਹੀ ਸੀ। ਇੱਕ ਉਹਨੇ ਸਿਹਰਾ ਲਾਇਆ ਹੋਇਆ ਸੀ। ਡੋਲੀ ਵੇਲੇ ਤਾਇਆ ਜੀ ਉਸ ਨੂੰ ਆਖਣ ਲੱਗੇ, ਧੀਏ, ਉਸ ਘਰ ਨੂੰ ਵੀ ਆਪਦਾ ਘਰ ਸਮਝੀ। ਜਦੋਂ ਯਾਦ ਆਇਆ ਕਰੇ ਤਾਏ ਨੂੰ ਮਿਲਣ ਆ ਜਾਇਆ ਕਰੀ। ਇੰਨੇ ਸਾਲਾਂ ਵਿੱਚ ਜੇ ਤੇਰੇ ਤਾਏ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰੀ ਪੁੱਤ। ਤਾਏ ਦੀ ਇਹ ਗੱਲ ਸੁਣਦਿਆਂ ਉਸ ਦੇ ਅੰਦਰ ਹਲਚਲ ਮਚ ਗਈ। ਉਸ ਨੇ ਰੋਂਦੀ ਹੋਈ ਤਾਏ ਨੂੰ ਗਲਵੱਕੜੀ ਪਾ ਲਈ। ਕਦਮ ਰੱਖਿਆ। ਨਵੇਂ ਘਰ ਆਉਂਦੇ ਆਉਂਦੇ ਬਹੁਤ ਦੇਰ ਹੋ ਗਈ ਸੀ। ਘਰ ਪਹੁੰਚਦੇ ਹੀ ਜਿੱਦਾਂ ਮੈਂ ਮੁੰਡੇ ਵੱਲ ਤੱਕਿਆ, ਉਹ ਗੁਰਪ੍ਰੀਤ ਸੀ। ਉਸ ਦੇ ਚਿਹਰੇ ਦੀ ਚਮਕ ਅਤੇ ਮੇਰੀਆਂ ਅੱਖਾਂ ਦੀ ਖੁਸ਼ੀ ਉਸ ਸਮੇਂ ਬਿਆਨ ਨਹੀਂ ਕੀਤੀ ਜਾ ਸਕਦੀ। ਸਹੁਰੇ ਘਰ ਉਸ ਨੂੰ ਬਹੁਤ ਮਾਣ ਸਤਿਕਾਰ ਮਿਲਿਆ, ਬਹੁਤ ਪਿਆਰ ਮਿਲਿਆ। ਇੱਕ ਦਿਨ ਉਸ ਨੇ ਗੁਰਪ੍ਰੀਤ ਨੂੰ ਕਿਹਾ, ਜੇ ਤੁਸੀਂ ਕਹੋ ਤਾਂ ਇੱਕ ਗੱਲ ਪੁੱਛਣੀ ਹੈ। ਗੁਰਪ੍ਰੀਤ, ਹਾਂ ਪੁੱਛ, ਕੀ ਪੁੱਛਣਾ ਚਾਹੁੰਦੀ ਹੈ? ਨਿਸ਼ਾ, ਜਿਸ ਦਿਨ ਤੁਸੀਂ ਮੈਨੂੰ ਆਪਣੇ ਘਰ ਲੈ ਕੇ ਰਸਤੇ ਵਿੱਚ ਦਵਾਈ ਦੇ ਬਹਾਨੇ ਗੱਡੀ ਰੋਕੀ ਸੀ ਅਤੇ ਤੁਸੀਂ ਗੱਲ ਕਹੀ ਸੀ ਕਿ ਅੱਜ ਆਪਾਂ ਇੱਕ ਹੋ ਜਾਣਾ, ਇਹਨਾਂ ਦੋਹਾਂ ਗੱਲਾਂ ਦਾ ਕੀ ਅਰਥ ਸੀ? ਗੁਰਪ੍ਰੀਤ, ਨਿਸ਼ਾ, ਤੂੰ ਕਿਸੇ ਗੱਲ ਨੂੰ ਨਾ ਭੁੱਲੀ। ਤੇਰੀਆਂ ਇਹਨਾਂ ਅਦਾਵਾਂ ਕਰਕੇ ਤਾਂ ਮੈਂ ਤੈਨੂੰ ਪਿਆਰ ਕਰਦਾ ਸੀ। ਉਸ ਦਿਨ ਮੈਡੀਕਲ ਸਟੋਰ ਤੋਂ ਡੈਡੀ ਜੀ ਦੀ ਦਵਾਈ ਲੈਣੀ ਸੀ ਜੋ ਮੈਂ ਸਵੇਰੇ ਭੁੱਲ ਗਿਆ ਸੀ, ਅਤੇ ਆਪਣੇ ਇੱਕ ਹੋਰ ਜਾਣ ਦਾ ਮਤਲਬ ਮੇਰੇ ਪਿਆਰ ਦਾ ਇਜ਼ਹਾਰ ਕਰਨਾ ਸੀ। ਇਸ ਤੋਂ ਇਲਾਵਾ ਕੁਝ ਨਹੀਂ। ਤੇਰੇ ਜਾਣ ਤੋਂ ਬਾਅਦ ਮੈਂ ਕਿਸੇ ਕੁੜੀ ਵੱਲ ਤੱਕਿਆ ਵੀ ਨਹੀਂ। ਇਮਾਨਦਾਰੀ ਨਾਲ ਆਪਣੀ ਪੜ੍ਹਾਈ ਕਰਦਾ ਰਿਹਾ। ਨਿਸ਼ਾ, ਆਪਣੇ ਆਪ ਨੂੰ ਚਲੋ ਫਿਰ ਸ਼ੁਕਰ ਹੈ, ਮੈਂ ਤਾਂ ਕੁਝ ਹੋਰ ਹੀ ਸੋਚਦੀ ਰਹੀ। ਸਮਾਂ ਬੀਤਦਾ ਗਿਆ। ਗੁਰਪ੍ਰੀਤ ਹਾਈ ਕੋਰਟ ਦੇ ਜੱਜ ਬਣ ਗਏ ਅਤੇ ਉਹ ਇੱਕ ਚੰਗੀ ਵਕੀਲ ਬਣ ਗਈ। ਵਾਹਿਗੁਰੂ ਜੀ ਨੇ ਉਹਨਾਂ ਨੂੰ ਮੁੰਡੇ ਅਤੇ ਕੁੜੀ ਦੀ ਦਾਤ ਬਖਸ਼ੀ ਅਤੇ ਉਹਨਾਂ ਦੇ ਵਿਹੜੇ ਵਿੱਚ ਖੁਸ਼ੀਆਂ ਭਰ ਦਿੱਤੀਆਂ। ਹੁਣ ਜਦੋਂ ਵੀ ਉਸ ਨੂੰ ਮਾਂ-ਬਾਪ ਦੀ ਯਾਦ ਆਉਂਦੀ ਤਾਂ ਅੱਖਾਂ ਨਮ ਹੋ ਜਾਂਦੀਆਂ। ਕੁੜੀ ਤੇ ਮੁੰਡੇ ਦਾ ਵਿਆਹ ਉਹਨਾਂ ਨੇ ਉਹਨਾਂ ਦੀ ਸਹੀ ਉਮਰ ਵਿੱਚ ਕਰ ਦਿੱਤਾ। ਉਹ ਸੋਚਦੀ ਹੈ ਕਿ ਜੇ ਮੈਂ ਆਪਣੀ ਮਾਂ ਦੇ ਰੱਖੇ ਸਬਰ ਦੀ ਕਦਰ ਨਾ ਕਰਦੀ, ਉਹਨਾਂ ਨੂੰ ਨਾ ਸਮਝਾਉਂਦੀ, ਤਾਂ ਅੱਜ ਸ਼ਾਇਦ ਮੇਰੀ ਝੋਲੀ ਵਿੱਚ ਆ ਖੁਸ਼ੀਆਂ ਨਹੀਂ ਹੋਣੀਆਂ ਸੀ। ਬਾਪੂ ਵੀ ਕਿੰਨੇ ਸਾਲਾਂ ਦਾ ਸਬਰ ਰੱਖ ਕੇ ਮੇਰੇ ਸੁਪਨੇ 'ਚ ਉਸ ਦਿਨ ਆਇਆ ਜਿੱਦਣ ਉਸ ਨੂੰ ਲੱਗਿਆ ਕਿ ਮੈਂ ਗਲਤ ਕਦਮ ਚੁੱਕਣ ਲੱਗੀ ਹਾਂ। ਸਮਾਂ ਲੰਘਦਾ ਗਿਆ। ਵਾਹਿਗੁਰੂ ਜੀ ਦਾ ਹੁਕਮ ਹੋਇਆ। ਗੁਰਪ੍ਰੀਤ ਉਸ ਨੂੰ ਛੱਡ ਕੇ ਚਲੇ ਗਏ ਵਾਹਿਗੁਰੂ ਕੋਲ। ਸੱਚੀ ਉਸ ਨੇ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਬੜਾ ਪਿਆਰ ਦਿੱਤਾ। 60 ਸਾਲ ਵਿਆਹ ਨੂੰ ਗੁਜ਼ਰ ਗਏ, ਪਰ ਉਸ ਨੇ ਇੱਕ ਦਿਨ ਵੀ ਨਿਸ਼ਾ ਨੂੰ ਉਦਾਸ ਨਾ ਹੋਣ ਦਿੱਤਾ ਸੀ। ਹੁਣ ਮੇਰਾ ਵੀ ਦਿਲ ਕਰਦਾ ਹੈ ਕਿ ਪਰਮਾਤਮਾ ਗੁਰਪ੍ਰੀਤ ਨਾਲ ਉਸ ਨੂੰ ਦੁਬਾਰਾ ਮਿਲਾ ਦੇਵੇ। ਇੰਨਾ ਸੋਚਦੇ ਹੋਏ ਇੱਕਦਮ ਨਿਸ਼ਾ ਦੀ ਅੱਖ ਖੁੱਲ੍ਹਦੀ ਹੈ। ਇੱਕ ਲੰਬੇ ਸਾਹ ਦਾ ਆਉਣਾ ਅਤੇ ਉਸ ਤੋਂ ਬਾਅਦ ਅੱਖਾਂ ਸਦਾ ਲਈ ਬੰਦ ਹੋ ਗਈਆਂ ਸਨ। ਸ਼ਾਇਦ ਪਰਮਾਤਮਾ ਨੇ ਉਸ ਨੂੰ ਗੁਰਪ੍ਰੀਤ ਨਾਲ ਮਿਲਾਉਣ ਦਾ ਫੈਸਲਾ ਕਰ ਲਿਆ। ਸਮਾਪਤ। ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ ਤਾਂ ਕਿ ਸਾਡੀਆਂ ਕਹਾਣੀਆਂ ਤੁਹਾਡੇ ਤੱਕ ਜਲਦੀ ਪਹੁੰਚ ਸਕਣ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।